ਵਿੱਚ ਆਪ ਸਭ ਦਾ ਜੀ ਆਇਆਂ ਨੂੰ ਇਸ ਆਨਲਾਈਨ ਬੰਦਗੀ ਦੇ ਵਿੱਚ ਪੂਰੀ ਸਾਡੀ ਟੀਮ ਵੱਲੋਂ ਮਸੀਹ ਦੀ ਬੰਦਗੀ ਦੇ ਵੱਲੋਂ ਔਰ ਚਰਚ ਆਫ ਬਹਿਰੀਨ ਦੇ ਵੱਲੋਂ ਆਪ ਸਭ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਅੱਜ ਦਾ ਦਿਨ ਪ੍ਰਭੂ ਯੇਸ਼ੂਆ ਨੇ ਸਾਨੂੰ ਦਿੱਤਾ ਹੈ ਤਾਂ ਕਿ ਅਸੀਂ ਪ੍ਰਭੂ ਯੇਸ਼ੂਆ ਜੀ ਦੇ ਹਜ਼ੂਰ ਵਿੱਚ ਬੈਠ ਕੇ ਪ੍ਰਭੂ ਯੇਸ਼ੂਆ ਜੀ ਨੂੰ ਮਹਿਮਾ ਦੇ ਸਕੀਏ। ਹਾਲੇਲੂਇਆ। ਮੈਂ ਵਿਸ਼ਵਾਸ ਕਰਦਾ ਹਾਂ ਤੁਸੀਂ ਸਾਰੇ ਇਸ ਵਕਤ ਸਾਡੇ ਨਾਲ ਹੋ ਔਰ ਪ੍ਰਭੂ ਯੇਸ਼ੂਆ ਨੇ ਹੀ ਤੁਹਾਨੂੰ ਸਭ ਨੂੰ ਇਕੱਠਿਆਂ ਕੀਤਾ ਹੈ ਕਿ ਅਸੀਂ ਪ੍ਰਭੂ ਯੇਸ਼ੂਆ ਦੀ ਉਸ ਯੋਜਨਾ ਦੇ ਵਿੱਚ ਉਸ ਪ੍ਰਭੂ ਦੀ ਯੋਜਨਾ ਦੇ ਵਿੱਚ ਹਾਜ਼ਰ ਹੋ ਕੇ ਔਰ ਪ੍ਰਭੂ ਦੀ ਮਹਿਮਾ ਕਰ ਸਕੀਏ। ਹਾਲੇਲੂਇਆ। ਆਓ ਪ੍ਰਭੂ ਯੇਸ਼ੂਆ ਨੇ ਜੋ ਸਾਨੂੰ ਸੰਭਾਲਿਆ ਹੈ ਪੂਰਾ ਹਫਤਾ ਦਿੱਤਾ ਹੈ ਔਰ ਅੱਜ ਮੌਕਾ ਦਿੱਤਾ ਹੈ ਕਿ ਅਸੀਂ ਉਹਨਾਂ ਦੀ ਇਬਾਦਤ ਕਰ ਸਕੀਏ, ਆਰਾਧਨਾ ਕਰ ਸਕੀਏ। ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ ਔਰ ਪ੍ਰਭੂ ਯੇਸ਼ੂਆ ਮਸੀਹਾ ਜੀ ਦੇ ਹਜ਼ੂਰ ਵਿੱਚ ਉਹਨਾਂ ਦਾ ਧੰਨਵਾਦ ਕਰਦੇ ਹਾਂ। ਹਾਲੇਲੂਇਆ। ਥੈਂਕ ਯੂ ਲਾਰਡ ਪ੍ਰਭੂ ਯੇਸ਼ੂਆ ਜੋ ਤੁਸੀਂ ਸਾਨੂੰ ਪ੍ਰਭੂ ਜੀ ਅੱਜ ਫਿਰ ਮੌਕਾ ਦਿੱਤਾ। ਅਸੀਂ ਤੁਹਾਡੇ ਪਵਿੱਤਰ ਚਰਨਾਂ ਦੇ ਵਿੱਚ ਆਉਂਦੇ ਹਾਂ ਪ੍ਰਭੂ ਯੇਸ਼ੂਆ ਔਰ ਤੁਹਾਡੇ ਨਾਮ ਨੂੰ ਮਹਿਮਾ ਦਿੰਦੇ ਹਾਂ ਪ੍ਰਭੂ ਜੀ। ਖੁਦਾਵੰਦ ਯੇਸ਼ੂਆ ਤੁਸੀਂ ਸਾਨੂੰ ਪੂਰਾ ਹਫਤਾ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਔਰ ਅੱਜ ਦਾ ਦਿਨ ਮੌਕਾ ਦਿੱਤਾ ਪ੍ਰਭੂ ਜੀ ਅਸੀਂ ਤੁਹਾਡੇ ਪਵਿੱਤਰ ਚਰਨਾਂ ਦੇ ਵਿੱਚ ਆ ਕੇ ਤੁਹਾਨੂੰ ਸਜਦਾ ਕਰ ਸਕੀਏ, ਤੁਹਾਡੇ ਨਾਮ ਨੂੰ ਮਹਿਮਾ ਦੇ ਸਕੀਏ ਔਰ ਤੁਹਾਡਾ ਨਾਮ ਉੱਚਾ ਕਰ ਸਕੀਏ ਪ੍ਰਭੂ ਯੇਸ਼ੂਆ ਜੀ। ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਜੋ ਸਾਡੇ ਨਾਲ ਇਸ ਵਕਤ ਆਨਲਾਈਨ ਜੁੜੇ ਹੋਏ ਹਨ ਪ੍ਰਭੂ ਯੇਸ਼ੂਆ ਜੀ। ਹਰ ਇੱਕ ਦੇਖਣ ਵਾਲੇ ਨੂੰ, ਹਰ ਇੱਕ ਸੁਣਨ ਵਾਲੇ ਨੂੰ ਪ੍ਰਭੂ ਯੇਸ਼ੂਆ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਅਸੀਂ ਬਲੈਸ ਕਰਦੇ ਹਾਂ ਪ੍ਰਭੂ ਜੀ ਔਰ ਤੁਹਾਡਾ ਅਨੁਗ੍ਰਹਿ ਹਰ ਇੱਕ ਦੇ ਉੱਤੇ ਬਣਿਆ ਰਹੇ, ਤੁਹਾਡੀ ਕਿਰਪਾ ਹਰ ਇੱਕ ਦੇ ਉੱਤੇ ਆ ਜਾਵੇ ਪ੍ਰਭੂ ਯੇਸ਼ੂਆ। ਔਰ ਜੋ ਵੀ ਸਾਨੂੰ ਦੇਖਦੇ ਔਰ ਸੁਣਦੇ ਹਨ ਪ੍ਰਭੂ ਯੇਸ਼ੂਆ ਜੀ ਉਹਨਾਂ ਦੇ ਉੱਤੇ ਤੁਹਾਡਾ ਦੁੱਗਣਾ ਮਸਾ ਹੋਵੇ ਪ੍ਰਭੂ ਜੀ। ਪਵਿੱਤਰ ਆਤਮਾ ਦੀ ਸਾਮਰਥ ਦੇ ਨਾਲ ਪ੍ਰਭੂ ਯੇਸ਼ੂਆ ਜਿਸ ਵੀ ਜਗ੍ਹਾ ਦੇ ਉੱਤੇ ਉਹ ਹਨ ਪ੍ਰਭੂ ਜੀ ਉਹਨਾਂ ਨੂੰ ਬਲੈਸ ਕਰੋ, ਛੂ ਲਵੋ ਪ੍ਰਭੂ ਜੀ ਆਪਣੀ ਆਤਮਾ ਦੀ ਸ਼ਕਤੀ ਦੇ ਨਾਲ, ਆਪਣੇ ਚੰਗਾ ਕਰਨ ਵਾਲੇ ਹੱਥ ਦੇ ਨਾਲ। ਪਿਤਾ ਪਰਮੇਸ਼ਵਰ ਜੀ ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅੱਜ ਸਾਰੇ ਬੰਧਨ ਟੁੱਟ ਜਾਣਗੇ ਪ੍ਰਭੂ ਯੇਸ਼ੂਆ, ਅੱਜ ਸਾਰੇ ਰੋਗ ਚੰਗੇ ਹੋ ਜਾਣਗੇ ਪ੍ਰਭੂ ਯੇਸ਼ੂਆ, ਅੱਜ ਸਾਰੇ ਪ੍ਰਭੂ ਯੇਸ਼ੂਆ ਜੋ ਰੁਕੇ ਹੋਏ ਕੰਮ ਹਨ ਪ੍ਰਭੂ ਯੇਸ਼ੂਆ ਦੇ ਨਾਮ ਦੇ ਵਿੱਚ ਚੱਲ ਪੈਣਗੇ ਪ੍ਰਭੂ ਜੀ। ਅਸੀਂ ਤੁਹਾਡੇ ਤੇ ਵਿਸ਼ਵਾਸ ਕਰਦੇ ਹਾਂ ਪ੍ਰਭੂ ਜੀ ਕਿਉਂਕਿ ਤੁਸੀਂ ਹੀ ਸਾਡੇ ਪਰਮੇਸ਼ਵਰ ਹੋ, ਤੁਸੀਂ ਹੀ ਸਾਡੇ ਖੁਦਾ ਹੋ, ਸਾਡੇ ਰਚੇਤਾ ਹੋ ਪ੍ਰਭੂ ਯੇਸ਼ੂਆ ਜੀ। ਪ੍ਰਭੂ ਯੇਸ਼ੂਆ ਅਸੀਂ ਸਾਰੇ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਔਰ ਇਸ ਇੰਟਰਨੈਟ ਸੁਵਿਧਾ ਨੂੰ ਪ੍ਰਭੂ ਯੇਸ਼ੂਆ ਤੁਹਾਡੇ ਪਵਿੱਤਰ ਹੱਥਾਂ ਸੌਂਪਦੇ ਹਾਂ ਪ੍ਰਭੂ ਜੀ। ਸਾਰੇ ਸਾਜ਼ਾਂ ਨੂੰ ਔਰ ਵਜਾਉਣ ਵਾਲੇ ਭਾਈ ਟੀਨੂ ਨੂੰ ਔਰ ਸਾਨੂੰ ਗਾਉਣ ਵਾਲਿਆਂ ਨੂੰ ਪ੍ਰਭੂ ਯੇਸ਼ੂਆ ਅਸੀਂ ਤੁਹਾਡੇ ਪਵਿੱਤਰ ਲਹੂ 'ਚ ਛੁਪਾ ਦਿੰਦੇ ਹਾਂ ਪ੍ਰਭੂ ਜੀ। ਆਪਣਾ ਅਨੁਗ੍ਰਹਿ, ਆਪਣੀ ਕਿਰਪਾ ਸਾਡੇ ਉੱਤੇ ਬਹਾਲ ਕਰੋ ਪ੍ਰਭੂ ਯੇਸ਼ੂਆ ਜੀ। ਸਾਰਾ ਆਦਰ ਔਰ ਮਹਿਮਾ ਅਸੀਂ ਤੁਹਾਨੂੰ ਹੀ ਦਿੰਦੇ ਹਾਂ ਪ੍ਰਭੂ ਯੇਸ਼ੂਆ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ ਆਮੀਨ। ਹਾਲੇਲੂਇਆ ਹਾਲੇਲੂਇਆ। ਇਹ ਸਮਾਂ ਹੈ ਪ੍ਰਭੂ ਯੇਸ਼ੂਆ ਦੀ ਆਰਾਧਨਾ ਦਾ। ਹਾਲੇਲੂਇਆ। ਪ੍ਰਭੂ ਯੇਸ਼ੂਆ ਮਸੀਹਾ ਜੋ ਸਾਡੇ ਕ੍ਰੀਏਟਰ ਹਨ, ਜੋ ਪ੍ਰਭੂ ਯੇਸ਼ੂਆ ਸਾਨੂੰ ਛੁਟਕਾਰਾ ਦਿੰਦੇ ਹਨ, ਜਿਨ੍ਹਾਂ ਨੇ ਆਪਣਾ ਪਵਿੱਤਰ ਲਹੂ ਬਹਾ ਕੇ ਸਾਨੂੰ ਆਜ਼ਾਦ ਕੀਤਾ ਹੈ, ਸਾਡੇ ਪਾਪ ਨੂੰ ਉਹਨਾਂ ਨੇ ਹਰ ਲਿਆ ਹੈ ਪ੍ਰਭੂ ਯੇਸ਼ੂਆ। ਹਾਲੇਲੂਇਆ। ਆਓ ਮਿਲ ਕੇ ਆਪਣੇ ਮਨਾਂ ਨੂੰ ਪ੍ਰਭੂ ਯੇਸ਼ੂਆ ਦੇ ਅਧੀਨ ਕਰਕੇ ਅਸੀਂ ਉਹਨਾਂ ਦੀ ਮਹਿਮਾ ਕਰਦੇ ਹਾਂ। ਹਾਲੇਲੂਇਆ। ਉਹਨਾਂ ਦੀ ਆਰਾਧਨਾ ਕਰਦੇ ਹਾਂ, ਦਿਲਾਂ ਨੂੰ ਝੁਕਾ ਕੇ अपने आप को प्रभु यीशु के हवाले करके। हालेलुया। यीशु मसीह हो महिमा तेरी गाए आसमान गाए ज़मीन। यीशु कोई नहीं तुम सा
कमी है, तेरा ही नाम जिंदगी। अंधेरों में रोशनी है, तू है मंजिल और रास्ता ही है। तू है जहान तो कुछ तो कमी है, तेरा ही नाम जिंदगी है। हाले ओ हालेलुया, हालेलुया, हालेलुया। तुमसा कोई नहीं, तुमसा कहीं नहीं। अब है पूरा यकीन, तुमसा कोई नहीं, तुमसा कोई नहीं, तुमसा कोई नहीं, तुमसा कहीं नहीं। अब है पूरा यकीन, तुमसा कोई। यीशु मसीह, यीशु मसीह, हो महिमा तेरी गाए आसमान, गाए ए ज़मीं। यीशु मसीह, यीशु गाए आसमान, गाए ये ज़मीं। तुमसा कोई नहीं, अब है पूरा यकीन, तुमसा कोई नहीं, तुमसा कोई, तुमसा कोई नहीं, तुमसा कहीं नहीं। अब है पूरा यकीन, तुमसा कोई तुमसा कोई तुमसा कहीं नहीं। अब है पूरा यकीन, तुमसा कोई। अपने आप को प्रभु यीशु के समर्पण करें और उस हृदय से कहें, प्रभु यीशु तेरे जिहा कोई नहीं है। प्रभु यीशु, ਜਦੋਂ ਅਸੀਂ ਪ੍ਰਭੂ ਯੀਸ਼ੂ ਦੀ ਵਡਿਆਈ ਕਰਦੇ ਹਾਂ, ਜਦੋਂ ਪ੍ਰਭੂ ਯੀਸ਼ੂ ਦੀ ਮਹਿਮਾ ਕਰਦੇ ਹਾਂ, ਉਦੋਂ ਪ੍ਰਭੂ ਯੀਸ਼ੂ ਦਾ ਅਨੁਗ੍ਰਹਿ, ਉਹਦਾ ਹੱਥ ਸਾਡੇ ਉੱਤੇ ਆਉਂਦਾ ਹੈ, ਉਹਦੀ ਦਇਆ ਸਾਡੇ ਉੱਤੇ ਆਉਂਦੀ ਹੈ, ਉਹਦਾ ਚਮਤਕਾਰੀ ਕੰਮ ਸਾਡੇ ਉੱਤੇ ਪ੍ਰਗਟ ਹੁੰਦਾ ਹੈ। ਰੀਖਾ ਰਾਮਾ ਸ਼ੀਖਾ जिसकी जगह में हो, जिसकी हालात में हो, प्रभु यीशु तू ही सब कुछ है, तू ही सब कुछ है। प्रभु यीशु उसकी
मुस्कुरा देते हैं। तुसी साडा सहारा बनते हो प्रभु। तू है मंजिल और रास्ता ही है, तू है जहां कुछ का कमी है, तेरा ही नाम जिंदगी है, अंधेरों में रोशनी है, तू है मंजिल और रास्ता ही है, तू है जहां कुछ का कमी है, तेरा ही नाम जिंदगी है। हालेलुया, 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 ओ हालेलुया, We worship you, Lord. यीशु, ਅਸੀਂ ਤੁਹਾਡੀ ਆਰਾਧਨਾ ਕਰਦੇ ਹਾਂ। ਅਸੀਂ ਤੁਹਾਡੀ ਆਰਾਧਨਾ ਕਰਦੇ ਹਾਂ ਪ੍ਰਭੂ ਯੀਸ਼ੂ। ਅਸੀਂ ਤੁਹਾਡੀ ਆਰਾਧਨਾ ਕਰਦੇ ਹਾਂ ਪ੍ਰਭੂ ਯੀਸ਼ੂ। ਤੁਸੀਂ ਇਸ ਯੋਗ ਹੋ ਪ੍ਰਭੂ ਯੀਸ਼ੂ। ਤੁਸੀਂ ਹੀ ਇਸ ਯੋਗ ਹੋ ਪ੍ਰਭੂ ਯੀਸ਼ੂ। कोई नहीं तुमसा कहीं नहीं, अब है पूरा यकीन, तुमसा कोई नहीं, तुमसा कोई नहीं, तुमसा कहीं नहीं, अब है पूरा यकीन, तुमसा प्रभु यीशु, we worship you, Lord. ਅਸੀਂ ਤੁਹਾਡੀ ਆਰਾਧਨਾ ਕਰਦੇ ਹਾਂ ਪ੍ਰਭੂ ਯੀਸ਼ੂ, ਕਿਉਂਕਿ ਤੁਸੀਂ ਇਸ ਯੋਗ ਹੋ ਪ੍ਰਭੂ ਯੀਸ਼ੂ। ਤੁਹਾਡਾ ਸਿੰਘਾਸਨ ਇੱਥੇ ਹੈ ਪ੍ਰਭੂ ਯੀਸ਼ੂ। ਅਸੀਂ ਤੁਹਾਡੀ ਆਰਾਧਨਾ ਕਰਦੇ ਹਾਂ ਪ੍ਰਭੂ ਯੀਸ਼ੂ। ਪ੍ਰਭੂ ਯੀਸ਼ੂ, ਸਾਡੇ ਦਿਲਾਂ ਤੋਂ, ਸਾਡੀਆਂ ਜ਼ੁਬਾਨਾਂ ਤੋਂ, ਸਾਡੀਆਂ ਸੋਚਾਂ ਤੋਂ, ਸਾਡੇ ਸਰੀਰ ਤੋਂ ਪ੍ਰਭੂ ਯੀਸ਼ੂ ਤੁਹਾਨੂੰ ਆਰਾਧਨਾ ਮਿਲਣੇ ਪਾਏ ਪ੍ਰਭੂ ਯੀਸ਼ੂ, ਕਿਉਂਕਿ ਤੁਸੀਂ ਇਸ ਯੋਗ ਹੋ ਪ੍ਰਭੂ ਯੀਸ਼ੂ। ਤੁਸੀਂ ਹੀ ਆਦਰ ਦੇ ਯੋਗ ਹੋ, ਮਹਿਮਾ ਦੇ ਯੋਗ ਹੋ, ਪ੍ਰਸ਼ੰਸਾ ਦੇ ਯੋਗ ਹੋ ਪ੍ਰਭੂ ਯੀਸ਼ੂ। ਪ੍ਰਭੂ ਯੀਸ਼ੂ, ਅੱਜ ਜਿਨ੍ਹਾਂ ਨੇ ਵੀ ਤੁਹਾਡੇ ਅੱਗੇ ਸਿਰ ਝੁਕਾਏ ਹਨ ਤੁਹਾਡੀ ਆਰਾਧਨਾ ਦੇ ਲਈ, ਔਰ ਜਿਨ੍ਹਾਂ ਦੇ ਮਨ ਤੁਹਾਡੇ ਅੱਗੇ ਖੁੱਲੇ ਹੋਏ ਹਨ ਪ੍ਰਭੂ, ਤੁਸੀਂ ਆਪਣਾ ਹੱਥ ਦੇ ਕੇ ਉਹਨਾਂ ਨੂੰ ਛੁਡਾਓ ਪ੍ਰਭੂ ਯੀਸ਼ੂ। ਛੁਟਕਾਰਾ ਦਿਓ, ਚੰਗਿਆਈ ਦਿਓ, ਉਹਨਾਂ ਦੀਆਂ ਸਾਰੀਆਂ ਮਨੋਰਥਾਂ ਨੂੰ ਤੁਸੀਂ ਪੂਰੀਆਂ ਕਰੋ ਪ੍ਰਭੂ ਯੀਸ਼ੂ। ਤੁਸੀਂ ਸਾਡੇ ਰਚਨਾਕਾਰ ਪਰਮੇਸ਼ਵਰ ਹੋ, ਔਰ ਤੁਹਾਡੇ ਹੱਥਾਂ ਦੀ ਬਣਾਈ ਹੋਈ ਅਸੀਂ ਰਚਨਾ ਹਾਂ ਪ੍ਰਭੂ ਜੀ। ਥੈਂਕ ਯੂ ਲਾਰਡ ਪ੍ਰਭੂ ਯੀਸ਼ੂ। ਅਸੀਂ ਬਾਕੀ ਦਾ ਸਮਾਂ ਵੀ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਪਦੇ ਹਾਂ ਪ੍ਰਭੂ ਜੀ। ਸਾਰਾ ਆਦਰ ਮਹਿਮਾ ਅਸੀਂ ਤੁਹਾਨੂੰ ਹੀ ਦਿੰਦੇ ਹਾਂ ਪ੍ਰਭੂ ਯੀਸ਼ੂ। ਹਮ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ, ਆਮੀਨ, ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯੀਸ਼ੂ ਦਾ ਧੰਨਵਾਦ ਉਹਨਾਂ ਦੀ ਇਸ ਮਹਿਮਾ ਦੇ ਵਿੱਚ ਜੋ ਤੁਸੀਂ ਸਾਰੇ ਇਕੱਠੇ ਹੋਏ ਸਾਡੇ ਨਾਲ, ਔਰ ਪ੍ਰਭੂ ਯੀਸ਼ੂ ਦੀ ਮਹਿਮਾ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸਮਰਪਣ ਕੀਤਾ। ਔਰ ਮੈਂ ਵਿਸ਼ਵਾਸ ਕਰਦਾ ਹਾਂ ਜਦੋਂ ਅਸੀਂ ਪ੍ਰਭੂ ਯੀਸ਼ੂ ਦੇ ਸਮਰਪਣ ਆਪਣੇ ਆਪ ਨੂੰ ਕਰਦੇ ਹਾਂ ਤਾਂ ਪ੍ਰਭੂ ਯੀਸ਼ੂ ਆਪਣੀ ਭਰਪੂਰੀ ਦੇ ਨਾਲ ਸਾਨੂੰ ਭਰਪੂਰ ਕਰਦੇ ਹਨ। ਹਾਲੇਲੂਇਆ। ਇਹ ਸਮਾਂ ਹੈ ਪ੍ਰਭੂ ਯੀਸ਼ੂ ਜੀ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦਾਂ ਨੂੰ ਸੁਣਨ ਦਾ ਔਰ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰਨ ਦਾ। ਹਾਲੇਲੂਇਆ। ਜੋ ਵੀ ਸਾਨੂੰ ਸਮਾਂ ਪ੍ਰਭੂ ਨੇ ਦਿੱਤਾ ਹੈ ਉਸ ਵਿੱਚ ਅਸੀਂ ਬੈਠ ਕੇ ਉਹਨਾਂ ਦੇ ਪਵਿੱਤਰ ਵਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਹੈ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਪ੍ਰਭੂ ਯੀਸ਼ੂ ਜਦੋਂ ਸਾਡੇ ਨਾਲ ਗੱਲ ਕਰਦੇ ਹਨ ਉਹ ਆਪਣੇ ਵਚਨ ਦੇ ਦੁਆਰਾ ਹੀ ਗੱਲ ਕਰਦੇ ਹਨ।
ਔਰ ਉਹਨਾਂ ਦਾ ਵਚਨ ਜਦੋਂ ਸਾਡੇ ਹਿਰਦੇ ਦੇ ਵਿੱਚ ਆਉਂਦਾ ਹੈ, ਇਹ ਸਾਡੇ ਦਿਲਾਂ ਦੀ ਜ਼ਮੀਨ ਤੇ ਜਦੋਂ ਬੀਜਿਆ ਜਾਂਦਾ ਹੈ, ਔਰ ਪ੍ਰਭੂ ਯੀਸ਼ੂ ਉਹਦੇ ਵਿੱਚੋਂ ਫਲ ਲੈ ਕੇ ਆਉਣਾ ਚਾਹੁੰਦੇ ਹਨ। ਹਾਲੇਲੂਇਆ। ਜਦੋਂ ਅਸੀਂ ਪ੍ਰਾਰਥਨਾ ਦੇ ਨਾਲ ਅਸੀਂ ਪ੍ਰਭੂ ਦੇ ਵਚਨ ਨੂੰ ਸੁਣਾਂਗੇ, ਜਦੋਂ ਪ੍ਰਾਰਥਨਾ ਦੇ ਨਾਲ ਅਸੀਂ ਪ੍ਰਭੂ ਯੀਸ਼ੂ ਦੇ ਵਚਨ ਨੂੰ ਗ੍ਰਹਿਣ ਕਰਾਂਗੇ, ਤਾਂ ਉਹ ਵਚਨ ਸਾਡੇ ਦਿਲਾਂ ਦੀ ਜ਼ਮੀਨ ਦੇ ਉੱਤੇ ਫਲ ਲੈ ਕੇ ਆਵੇਗਾ। ਹਾਲੇਲੂਇਆ। ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਤਿਆਰ ਕੀਤਾ ਹੈ ਅੱਜ ਦੇ ਵਚਨ ਨੂੰ ਸੁਣਨ ਦੇ ਲਈ, ਔਰ ਤੁਹਾਡਾ ਮਨ ਪ੍ਰਭੂ ਦੇ ਲਈ ਪਿਆਸਾ ਹੈ, ਇਸ ਲਈ ਅੱਜ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਹਾਲੇਲੂਇਆ। ਸੋ ਅੱਜ ਦਾ ਜੋ ਪਵਿੱਤਰ ਵਚਨ ਹੈ, ਜਿਹਦਾ ਟੌਪਿਕ ਹੈ, ਉਹ ਹੈ ਸਾਡਾ ਪਰਮੇਸ਼ਵਰ ਪ੍ਰਭੂ ਯੀਸ਼ੂ ਹਾਰਿਆਂ ਹੋਇਆਂ ਨੂੰ ਸਫਲ ਬਣਾਉਣ ਦੇ ਲਈ ਇਸ ਧਰਤੀ ਉੱਤੇ ਆਏ ਹਨ। ਹਾਲੇਲੂਇਆ। ਪ੍ਰਭੂ ਯੀਸ਼ੂ ਇਸ ਧਰਤੀ ਦੇ ਉੱਤੇ ਉਹਨਾਂ ਦੀ ਇੱਕ ਆਉਣ ਦੀ ਯੋਜਨਾ ਹੈ। ਸਾਰਿਆਂ ਨੂੰ ਪਤਾ ਹੈ ਕਿ ਪ੍ਰਭੂ ਯੀਸ਼ੂ ਇਸ ਧਰਤੀ ਦੇ ਉੱਤੇ ਮਨੁੱਖ ਦੇ ਰੂਪ ਦੇ ਵਿੱਚ ਪੈਦਾ ਹੋਏ, ਇੱਕ ਕੁਆਰੀ ਦੇ ਪੇਟ ਵਿੱਚੋਂ ਉਹ ਪੈਦਾ ਹੋਏ, ਔਰ ਵਚਨ ਦੇ ਵਿੱਚ ਲਿਖਿਆ ਹੋਇਆ ਹੈ ਉਹਨਾਂ ਦੇ ਆਉਣ ਦਾ ਮਕਸਦ ਇੱਕ ਇਹ ਵੀ ਹੈ ਕਿ ਜੋ ਸੰਸਾਰ ਦੇ ਵੱਲੋਂ ਹਾਰੇ ਹੋਏ ਹਨ, ਜੋ ਅਸਫਲ ਹਨ, ਜੋ ਆਪਣੇ ਆਪ ਨੂੰ ਸੋਚਦੇ ਹਨ ਕਿ ਨਿਕੰਮੇ ਹਾਂ, ਪ੍ਰਭੂ ਯੀਸ਼ੂ ਉਹਨਾਂ ਨੂੰ ਸਫਲ ਕਰਨ ਦੇ ਲਈ ਆਏ ਹਨ। ਹਾਰਿਆਂ ਹੋਇਆਂ ਨੂੰ ਵਿਜੇਤਾ ਬਣਾਉਣ ਦੇ ਲਈ ਆਏ ਹਨ। ਹਾਲੇਲੂਇਆ। ਬਹੁਤ ਸਾਰੇ ਸਾਡੇ ਸਮਾਜ ਦੇ ਵਿੱਚ, ਬਹੁਤ ਸਾਰੇ ਸਾਡੇ ਜ਼ਿੰਦਗੀ ਦੇ ਵਿੱਚ ਟਾਈਮ ਹੁੰਦਾ ਹੈ, ਹਾਲਾਤ ਹੁੰਦੇ ਹਨ ਜਿੱਥੋਂ ਸਾਨੂੰ ਲੱਗਦਾ ਹੈ ਅਸੀਂ ਹਾਰ ਚੁੱਕੇ ਹਾਂ, ਇਹ ਤੋਂ ਅੱਗੇ ਸਾਡਾ ਕੁਝ ਵੀ ਹੋਣ ਵਾਲਾ ਨਹੀਂ ਹੈ, ਇਸ ਤੋਂ ਅੱਗੇ ਸਾਡੇ ਲਈ ਬਸ ਖਤਮ ਹੈ। ਇਹ ਸਾਡੀ ਸੋਚ ਹੈ। ਲੇਕਿਨ ਵਚਨ ਸਾਨੂੰ ਦੱਸਦਾ ਹੈ ਕਿ ਪ੍ਰਭੂ ਯੀਸ਼ੂ ਦੀਆਂ ਯੋਜਨਾਵਾਂ ਸਾਡੀਆਂ ਯੋਜਨਾਵਾਂ ਤੋਂ ਵੀ ਬਿਹਤਰ ਹਨ। ਉਹਨਾਂ ਦੇ ਮਨ ਦੇ ਵਿਚਾਰ ਸਾਡੇ ਵਿਚਾਰਾਂ ਨਾਲੋਂ ਕਿਤੇ ਉੱਤਮ ਹਨ, ਕਿਤੇ ਬਿਹਤਰ ਹਨ। ਹਾਲੇਲੂਇਆ। ਸੋ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਸਾਨੂੰ ਆਪਣੇ ਆਪ ਨੂੰ ਨੀਵਿਆਂ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਸਾਡਾ ਖੁਦਾਵੰਦ ਜਿਹਦੀ ਅਸੀਂ ਆਰਾਧਨਾ ਕਰਦੇ ਹਾਂ, ਜਿਹਨੂੰ ਅਸੀਂ ਪੂਜਾ ਕਰਦੇ ਹਾਂ, ਉਹ ਪ੍ਰਭੂ ਯੀਸ਼ੂ ਸਾਨੂੰ ਸਮੇਂ ਸਿਰ ਉੱਚਾ ਕਰਨ ਵਾਲਾ ਪਰਮੇਸ਼ਵਰ ਹੈ। ਹਾਲੇਲੂਇਆ। ਬਹੁਤ ਸਾਰੇ ਲੋਕ ਆਪਣੇ ਆਤਮਿਕ ਜੀਵਨ ਦੇ ਵਿੱਚ, ਬਹੁਤ ਸਾਰੇ ਲੋਕ ਆਪਣੇ ਸਰੀਰਕ ਜੀਵਨ ਦੇ ਵਿੱਚ, ਆਪਣੇ ਘਰੇਲੂ ਜੀਵਨ ਦੇ ਵਿੱਚ, ਆਪਣੀਆਂ ਜੌਬ ਦੇ ਉੱਤੇ, ਆਪਣੇ ਕੰਮਾਂ ਦੇ ਉੱਤੇ ਉਹ ਸੋਚਦੇ ਹਨ, ਉਹਨਾਂ ਨੂੰ ਲੱਗਦਾ ਹੈ ਅਸੀਂ ਹਾਰ ਚੁੱਕੇ ਹਾਂ, ਅਸੀਂ ਹਾਰੇ ਹੋਏ ਹਾਂ। ਹਾਲੇਲੂਇਆ। ਪਰ ਮੈਂ ਤੁਹਾਨੂੰ ਅੱਜ ਖੁਸ਼ਖਬਰੀ ਦੇਣਾ ਚਾਹੁੰਦਾ ਹਾਂ, ਜੋ ਇਸ ਤਰ੍ਹਾਂ ਦੀ ਸੋਚ ਰੱਖਦੇ ਹਨ ਕਿ ਸਾਡੇ ਲਈ ਹਾਰ ਹੀ ਹੈ, ਪ੍ਰਭੂ ਯੀਸ਼ੂ ਤੁਹਾਡੇ ਲਈ ਇਸ ਧਰਤੀ ਦੇ ਉੱਤੇ ਆਏ ਔਰ ਤੁਹਾਨੂੰ ਸਫਲ ਬਣਾਉਣ ਦੇ ਲਈ ਆਏ, ਤੁਹਾਡੇ ਨਿਰਾਸ਼ਾ ਨੂੰ ਉਹ ਆਸ਼ਾ ਦੇਣ ਦੇ ਲਈ ਆਏ। ਹਾਲੇਲੂਇਆ। ਹਾਲੇਲੂਇਆ। ਅਯੂਬ ਦੀ ਕਿਤਾਬ 8 ਅਧਿਆਇ ਦਾ 7 ਵਚਨ ਜਦੋਂ ਅਸੀਂ ਪੜਾਂਗੇ, ਅਯੂਬ ਦੀ ਕਿਤਾਬ 8 ਅਧਿਆਇ ਦਾ 7 ਵਚਨ, ਬਾਈਬਲ 'ਚ ਲਿਖਿਆ ਹੋਇਆ ਹੈ, ਅਤੇ ਤੇਰਾ ਆਦ ਭਾਵੇਂ ਛੋਟਾ ਹੀ ਸੀਗਾ, ਪਰ ਤੇਰਾ ਅੰਤ ਉਹ ਬਹੁਤ ਵਧਾਉਂਦਾ ਹੈ। ਹਾਲੇਲੂਇਆ। ਕੀ ਲਿਖਿਆ? ਅਤੇ ਤੇਰਾ ਆਦ ਭਾਵੇਂ ਛੋਟਾ ਹੀ ਸੀਗਾ। ਬਹੁਤ ਸਾਰੇ ਆਪਣੀ ਸਟਾਰਟਿੰਗ ਦੇ ਵਿੱਚ ਸੋਚਦੇ ਆ ਬਹੁਤ ਛੋਟੀ ਸ਼ੁਰੂਆਤ ਹੋਈ ਹੈ, ਕੁਝ ਨਹੀਂ ਹੁੰਦਾ ਹੈਗਾ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਪ੍ਰਭੂ ਯੀਸ਼ੂ ਦਾ ਵਚਨ ਕਹਿੰਦਾ ਹੈ ਤੁਹਾਡੀ ਸ਼ੁਰੂਆਤ ਚਾਹੇ ਛੋਟੀ ਆ, ਤੁਹਾਡੀ ਸੋਚ ਦੇ ਹਿਸਾਬ ਦੇ ਨਾਲ ਤੁਹਾਨੂੰ ਲੱਗਦਾ ਹੈ, ਦਿਖਦਾ ਹੈ ਕਿ ਸਭ ਕੁਝ ਛੋਟਾ ਹੀ ਹੈ, ਪਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਤੁਹਾਡੇ ਅੰਤ ਨੂੰ ਵਧਾਉਂਦਾ ਹੈ। ਤੁਸੀਂ ਜਿਸ ਜਗ੍ਹਾ ਤੋਂ ਸ਼ੁਰੂ ਕਰਦੇ ਹੋ ਉਸੇ ਜਗ੍ਹਾ ਦੇ ਉੱਤੇ ਤੁਹਾਡਾ ਅੰਤ ਨਹੀਂ ਹੈ। ਅਗਰ ਤੁਹਾਡਾ ਭਰੋਸਾ ਪ੍ਰਭੂ ਯੀਸ਼ੂ ਦੇ ਉੱਤੇ ਹੈ ਤਾਂ ਬਾਈਬਲ ਦੱਸਦੀ ਹੈ ਉਹ ਤੇਰੇ ਅੰਤ ਨੂੰ ਵਧਾਏਗਾ, ਹਰ ਦਿਨ ਤੈਨੂੰ ਤਰੱਕੀ ਦੇਗਾ, ਹਰ ਦਿਨ ਤੈਨੂੰ ਉન્નਤੀ ਦੇਗਾ। ਬਹੁਤ ਵਾਰੀ ਅਸੀਂ ਆਪਣੀ ਸਟਾਰਟਿੰਗ ਜਦੋਂ ਕਹਿ ਲਓ ਨਾ, ਗੱਡੀ ਧੱਕਾ ਸਟਾਰਟ ਹੁੰਦੀ ਆ, ਨਿਰਾਸ਼ਾ ਦੇ ਵਿੱਚ ਆ ਜਾਂਦੇ ਆ, ਪ੍ਰਾਰਥਨਾ ਛੱਡ ਦਿੰਦੇ ਆ, ਭਰੋਸਾ ਪ੍ਰਭੂ ਯੀਸ਼ੂ ਤੋਂ ਉਠਾ ਲੈਂਦੇ ਆ, ਕਿਉਂਕਿ ਸਾਨੂੰ ਦਿਖਦਾ ਹੈ ਸਾਡੀ ਸ਼ੁਰੂਆਤ ਇਸ ਤਰ੍ਹਾਂ ਦੀ ਚੱਲ ਰਹੀ ਹੈ, ਇਸ ਤੋਂ ਅੱਗੇ ਪਤਾ ਨਹੀਂ ਕੀ ਹੋਏਗਾ। ਸੰਸਾਰ ਚਾਹੇ ਤੁਹਾਨੂੰ ਕਵੇ ਕਿ ਤੇਰੀ ਸ਼ੁਰੂਆਤ ਇੰਨੀ ਨਿਕੰਮੀ ਹੈ, ਛੋਟੀ ਹੈ, ਤੇਰਾ ਅੱਗੇ ਜਾ ਕੇ ਕੁਝ ਨਹੀਂ ਹੋਣ ਵਾਲਾ, ਪਰ ਪ੍ਰਭੂ ਇਸ ਦੁਨੀਆ ਨੂੰ ਬਣਾਉਣ ਵਾਲਾ, ਇਸ ਦੁਨੀਆ ਦਾ ਰਚਨਾ ਕਰਨ ਵਾਲਾ, ਜਿਨੇ ਤੁਹਾਡੀ ਮੇਰੀ ਇਸ ਜਗਤ ਦੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹ ਕਹਿੰਦਾ ਹੈ, ਉਹਦਾ ਮੂੰਹ ਦਾ ਸ਼ਬਦ ਕਹਿੰਦਾ ਹੈ ਤੇਰੀ ਸ਼ੁਰੂਆਤ ਛੋਟੀ ਆ। ਵਚਨ 'ਚ ਲਿਖਿਆ ਤੇਰਾ ਆਦ ਭਾਵੇਂ ਛੋਟਾ ਹੀ ਸੀਗਾ, ਉਹ ਭਾਵੇਂ ਛੋਟਾ ਹੈ
ਪਰ ਉਸ ਦਾ ਛੋਟਾ ਅੰਤ ਨਹੀਂ ਹੋਵੇਗਾ। ਅਗਰ ਤੁਹਾਡਾ ਭਰੋਸਾ ਪ੍ਰਭੂ ਯੇਸ਼ੂਆ ਦੇ ਉੱਤੇ ਲੱਗਾ ਹੋਇਆ ਹੈ ਤਾਂ ਤੁਹਾਡਾ ਅੰਤ ਜਿਹੜਾ ਉਹ ਵੱਡਾ ਹੋਵੇਗਾ। ਉਹ ਵਧਾਵੇਗਾ ਤੁਹਾਡੀਆਂ ਹੱਦਾਂ ਨੂੰ, ਉਹ ਤੁਹਾਡੀਆਂ ਹਰ ਇੱਕ ਇੱਛਾਵਾਂ ਨੂੰ ਪ੍ਰਭੂ ਯੇਸ਼ੂਆ ਆਪਣੇ ਖਜ਼ਾਨੇ 'ਚੋਂ ਪੂਰਾ ਕਰੇਗਾ। ਹਾਲੇਲੂਇਆ। ਅੱਗੇ ਪੜ੍ਹਦੇ ਹਾਂ 2 ਕੁਰਿੰਥੀਓ 2 ਅਧਿਆਇ ਦਾ 14 ਵਚਨ। 2 ਕੁਰਿੰਥੀਓ 2 ਅਧਿਆਇ ਦਾ 14 ਵਚਨ ਬਾਈਬਲ 'ਚ ਲਿਖਿਆ ਹੈ, ਪਰ ਧੰਨਵਾਦ ਹੈ ਪਰਮੇਸ਼ਵਰ ਦਾ ਜੋ ਮਸੀਹ ਵਿੱਚ ਸਾਨੂੰ ਫਤਿਹ ਦੇ ਕੇ ਲਈ ਫਿਰਦਾ ਹੈ ਔਰ ਉਹਦੇ ਗਿਆਨ ਦੀ ਵਾਸਨਾ ਸਾਡੇ ਲਈ ਥਾਂ ਥਾਂ ਖਿਲਾਰਦਾ ਹੈ। ਹਾਲੇਲੂਇਆ, ਹਾਲੇਲੂਇਆ। ਦੇਖੋ, ਇਹ ਪਰਮੇਸ਼ਵਰ ਦੀ ਯੋਜਨਾ ਹੈ, ਇਹ ਪ੍ਰਭੂ ਯੇਸ਼ੂਆ ਦੇ ਮਨ ਦੀ ਯੋਜਨਾ ਹੈ ਕਿ ਉਹ ਤੁਹਾਨੂੰ ਫਤਿਹ ਕਰਕੇ ਲੈ ਕੇ ਜਾਵੇ। ਹਾਲੇਲੂਇਆ। ਉਹ ਤੁਹਾਨੂੰ ਹਾਰਿਆ ਹੋਇਆ ਨਹੀਂ ਦੇਖਣਾ ਚਾਹੁੰਦਾ। ਤੁਸੀਂ ਆਪ ਹੀ ਸੋਚੋ ਕਿ ਤੁਸੀਂ ਪ੍ਰਭੂ ਯੇਸ਼ੂਆ ਦੀ ਰਚਨਾ ਹੋ ਔਰ ਪ੍ਰਭੂ ਯੇਸ਼ੂਆ ਕੀ ਤੁਹਾਨੂੰ ਇਸ ਲਈ ਰਚਿਆ ਕਿ ਤੁਸੀਂ ਸੰਸਾਰ ਦੇ ਵਿੱਚ ਹਾਰ ਜਾਓ? ਨਹੀਂ ਮੇਰੀ ਭੈਣੋ, ਨਹੀਂ ਮੇਰੇ ਭਰਾਵੋ, ਪ੍ਰਭੂ ਯੇਸ਼ੂਆ ਨਹੀਂ ਚਾਹੁੰਦੇ ਕਿ ਤੁਸੀਂ ਹਾਰੇ ਹੋਏ ਰਹੋ। ਪ੍ਰਭੂ ਯੇਸ਼ੂਆ ਆਪ ਚਾਹੁੰਦੇ ਹਨ ਕਿ ਤੁਸੀਂ ਫਤਿਹ ਪਾ ਕੇ ਰੱਖੋ। ਮੈਨੂੰ ਇੱਕ ਗੱਲ ਦੱਸੋ, ਇਸ ਤੋਂ ਵੱਡੀ ਸਫਲਤਾ ਜਾਂ ਇਸ ਤੋਂ ਵੱਡੀ ਫਤਿਹ ਕੀ ਹੋ ਸਕਦੀ ਹੈ ਕਿ ਜਦ ਅਸੀਂ ਪਾਪੀ ਹੀ ਸੀਗੇ, ਜਦੋਂ ਅਸੀਂ ਪਾਪ ਦੇ ਵਿੱਚ ਜਨਮ ਲਿਆ ਸੀ, ਪਾਪ ਦੇ ਵਿੱਚ ਜੀਵਨ ਬਿਤਾ ਰਹੇ ਸੀ, ਪਾਪ ਦੇ ਵਿੱਚ ਸਾਡੀ ਮੌਤ ਹੋਣ ਵਾਲੀ ਸੀ, ਸਦਾ ਦੀ ਮੌਤ ਹੋਣ ਵਾਲੀ ਸੀ ਔਰ ਇੱਕ ਸ਼ਖਸ ਧਰਤੀ ਦੇ ਉੱਤੇ ਆ ਕੇ ਉਹਨੇ ਆਪਣਾ ਲਹੂ ਬਹਾ ਕੇ ਸਾਡੇ ਉੱਤੇ ਅਨੁਗ੍ਰਹਿ ਕੀਤਾ ਤਾਂ ਕਿ ਅਸੀਂ ਹਮੇਸ਼ਾ ਦਾ ਜੀਵਨ ਪਾ ਸਕੀਏ। ਇਸ ਤੋਂ ਵੱਡੀ ਸਫਲਤਾ, ਇਸ ਤੋਂ ਵੱਡਾ ਤੁਹਾਡੇ ਲਈ ਕੀ ਹੋ ਸਕਦਾ ਹੈ ਕਿ ਇੱਕ ਪਾਪ ਦੇ ਵਿੱਚ ਜੀਵਨ ਬਿਤਾਉਣ ਤੋਂ ਬਾਅਦ ਵੀ ਸਾਡਾ ਅੰਤ ਜਿਹੜਾ ਹੈ ਉਹ ਪ੍ਰਭੂ ਯੇਸ਼ੂਆ ਦੇ ਨਾਲ ਹੋਵੇਗਾ। ਉਹ ਸਾਡਾ ਜਿਹੜਾ ਆਉਣ ਵਾਲਾ ਜੀਵਨ ਹੈ ਉਹ ਪ੍ਰਭੂ ਯੇਸ਼ੂਆ ਦੇ ਨਾਲ ਹੋਵੇਗਾ। ਅਸੀਂ ਉਹ ਸਵਰਗੀ ਜੀਵਨ ਜੀਵਾਂਗੇ ਜੋ ਪ੍ਰਭੂ ਯੇਸ਼ੂਆ ਨੇ ਸਾਡੇ ਲਈ ਰੱਖਿਆ ਹੋਇਆ ਹੈ। ਹਾਲੇਲੂਇਆ। ਇਸ ਤੋਂ ਵੱਡੀ ਸਫਲਤਾ ਤੁਸੀਂ ਕੀ ਲੱਭਦੇ ਹੋ? ਇਸ ਤੋਂ ਵੱਡੀ ਆਸ਼ੀਸ਼ ਤੁਸੀਂ ਕੀ ਲੱਭਦੇ ਹੋ? ਹਾਲੇਲੂਇਆ। ਉਹ ਪਰਮੇਸ਼ਵਰ ਜਿਸ ਨੇ ਸਾਨੂੰ ਬਣਾਇਆ ਹੈ, ਜਿਸ ਨੇ ਸਾਨੂੰ ਪਿਆਰ ਕੀਤਾ ਹੈ, ਉਹ ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਹਾਰੇ ਹੋਏ ਨਹੀਂ, ਫਤਿਹ ਪਾਏ ਹੋਏ ਰਹੋ। ਔਰ ਉਹ ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਇਸ ਸੰਸਾਰ ਦਾ ਜੀਵਨ ਨਹੀਂ, ਇਸ ਸੰਸਾਰ ਦੇ ਹਿਸਾਬ ਦੇ ਨਾਲ ਨਹੀਂ, ਬਲਕਿ ਮੇਰੇ ਹਿਸਾਬ ਦੇ ਨਾਲ ਜੀਓ ਔਰ ਮੇਰੇ ਨਾਲ ਹਮੇਸ਼ਾ ਦਾ ਜੀਵਨ ਜੀਓ। ਹਾਲੇਲੂਇਆ। ਉਹ ਪ੍ਰਭੂ ਯੇਸ਼ੂਆ ਸਾਨੂੰ ਫਤਿਹ ਹੀ ਨਹੀਂ ਦਿੰਦਾ ਹੈ, ਇੱਕ ਗੱਲ ਯਾਦ ਰੱਖੋ, ਉਹ ਸਾਨੂੰ ਫਤਿਹ ਦੇ ਨਾਲ ਉਹ ਸਵਰਗ ਦਾ ਜੀਵਨ ਵੀ ਦਿੰਦਾ ਹੈ। ਇਸ ਸੰਸਾਰ ਦੇ ਵਿੱਚ ਫਤਿਹ ਦੇ ਕੇ ਉਹ ਸਾਨੂੰ ਹਮੇਸ਼ਾ ਦਾ ਜੀਵਨ ਵੀ ਦਿੰਦਾ ਹੈ। ਚਾਹੇ ਤੁਸੀਂ ਦੇਖਦੇ ਹੋਵੋਗੇ ਕਿ ਸੰਸਾਰ ਦੇ ਚਲਾਉਣ ਵਾਲੇ, ਸੰਸਾਰ ਦੇ ਰਾਜੇ, ਉਹ ਇੱਥੇ ਰਾਜ ਕਰਦੇ ਆ, ਉਹ ਸੰਸਾਰ ਦਾ ਹੀ ਰਾਜ ਹੈ, ਪਰ ਉਹਨਾਂ ਨੂੰ ਉਹ ਸਫਲਤਾ ਨਹੀਂ ਮਿਲਦੀ ਜੋ ਪ੍ਰਭੂ ਯੇਸ਼ੂਆ ਨੇ ਆਪਣੇ ਧੀਆਂ ਪੁੱਤਰਾਂ ਦੇ ਲਈ ਰੱਖੀ ਹੋਈ ਹੈ। ਹਾਲੇਲੂਇਆ। ਸੰਸਾਰ ਦੇ ਰਾਜੇ ਉਹ ਚਾਹੇ ਰਾਜ ਕਰਦੇ ਆ, ਲੇਕਿਨ ਉਸ ਜਗ੍ਹਾ ਤੇ ਰਾਜ ਉਹਨਾਂ ਦਾ ਹੀ ਹੋਵੇਗਾ ਜੋ ਪ੍ਰਭੂ ਯੇਸ਼ੂਆ ਤੇ ਭਰੋਸਾ ਰੱਖਦੇ ਹਨ, ਜੋ ਪ੍ਰਭੂ ਯੇਸ਼ੂਆ ਦੇ ਨਾਲ ਆਪਣਾ ਜੀਵਨ ਬਿਤਾਉਂਦੇ ਹਨ। ਤਾਈਓ ਬਾਈਬਲ 'ਚ ਲਿਖਿਆ, ਪਰ ਧੰਨਵਾਦ ਹੈ ਪਰਮੇਸ਼ਵਰ ਦਾ ਜੋ ਮਸੀਹ ਦੇ ਵਿੱਚ ਸਾਨੂੰ ਫਤਿਹ ਦੇ ਕੇ ਲਈ ਫਿਰਦਾ ਹੈ। ਹਾਲੇਲੂਇਆ। ਤੁਸੀਂ ਆਪ ਸੋਚੋ ਕਿ ਤੁਹਾਡੇ ਕੋਲ ਕਿਹੜੀ ਐਸੀ ਯੋਗਤਾ ਸੀ ਕਿ ਤੁਸੀਂ ਕੁਝ ਵੀ ਦੇ ਕੇ ਆਪਣੇ ਸਰੀਰ ਦਾ, ਚਾਹੇ ਸੰਸਾਰ ਦਾ ਕੁਝ ਵੀ ਦੇ ਕੇ ਪ੍ਰਭੂ ਯੇਸ਼ੂਆ ਦੇ ਕੋਲੋਂ ਉਹ ਫਤਿਹ ਲੈ ਸਕਦੇ ਸੀ? ਨਹੀਂ ਮੇਰੇ ਭੈਣੋ ਤੇ ਭਰਾਵੋ, ਅਸੀਂ ਇੰਨੇ ਯੋਗ ਨਹੀਂ ਸੀ, ਪਰ ਸਾਡੇ ਲਈ ਪ੍ਰਭੂ ਯੇਸ਼ੂਆ ਆਏ ਜੋ ਸਾਨੂੰ ਹਾਰਿਆ ਹੋਇਆਂ ਨੂੰ, ਟੁੱਟਿਆ ਹੋਇਆਂ ਨੂੰ, ਮੌਤ ਦੇ ਮੂੰਹ ਦੇ ਵਿੱਚ ਜਾਣ ਵਾਲਿਆਂ ਨੂੰ ਪ੍ਰਭੂ ਯੇਸ਼ੂਆ ਉਹ ਸਾਨੂੰ ਆਸ਼ੀਸ਼ ਦਿੱਤੀ, ਫਤਿਹ ਦਿੱਤੀ ਤਾਂ ਕਿ ਅਸੀਂ ਮੌਤ ਤੋਂ ਜਿੱਤ ਕੇ ਉਹ ਜੀਵਨ ਜੀ ਸਕੀਏ ਜੋ ਪ੍ਰਭੂ ਯੇਸ਼ੂਆ ਨੇ ਸਾਡੇ ਲਈ ਦਿੱਤਾ ਹੈ। ਹਾਲੇਲੂਇਆ। ਮੈਂ ਕੁਝ ਸਟੋਰੀ ਦੇ ਵਿੱਚ ਦੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਜਦੋਂ ਅਸੀਂ ਮੱਤੀ ਦੀ ਅੰਜੀਲ 9 ਅਧਿਆਇ ਦਾ 11 ਅਤੇ 12 ਪੜ੍ਹਦੇ ਹਾਂ। ਮੱਤੀ ਦੀ ਅੰਜੀਲ 9 ਅਧਿਆਇ ਦਾ 11। ਅਤੇ ਫਰੀਸੀਆਂ ਨੇ ਇਹ ਵੇਖ ਕੇ ਉਹਦੇ ਚੇਲਿਆਂ ਨੂੰ ਆਖਿਆ, ਤੁਹਾਡਾ ਗੁਰੂ ਮਸੂਲੀਏ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ? ਹਾਲੇਲੂਇਆ।
ਮਸੂਲੀਏ ਜਿਹੜੇ ਸੀਗੇ ਉਹ ਚੁੰਗੀ ਲੈਣ ਵਾਲੇ ਸੀ, ਔਰ ਸਮਾਜ ਦੇ ਵਿੱਚ ਉਹਨਾਂ ਨੂੰ ਇੱਕ ਨਾਮ ਦਿੱਤਾ ਗਿਆ ਸੀ ਪਾਪੀ। ਮਸੂਲੀਏ ਕੀ ਸੀ? ਪਾਪੀ ਸੀਗੇ। ਚਾਹੇ ਉਹਨਾਂ ਦੇ ਕੋਲ ਪੈਸਾ ਸੀ, ਚਾਹੇ ਉਹਨਾਂ ਦੇ ਕੋਲ ਨਾਮ ਸੀ, ਚਾਹੇ ਲੋਕ ਉਹਨਾਂ ਕੋਲ ਡਰਦੇ ਸੀ, ਪਰ ਫਿਰ ਵੀ ਉਹਨਾਂ ਨੂੰ ਇੱਕ ਨਾਮ ਦਿੱਤਾ ਗਿਆ ਸੀ, ਇਹ ਪਾਪੀ ਹੈ। ਹਾਲੇਲੂਇਆ। ਉਹ ਮਸੂਲੀਏ ਕੀ ਸੀਗੇ? ਪਾਪੀ ਸੀਗੇ। ਉਹ ਪਾਪ ਦੇ ਵਿੱਚ ਉਹਨਾਂ ਦਾ ਜੀਵਨ ਗਿਣਿਆ ਜਾਂਦਾ ਸੀ ਉਸ ਸਮੇਂ ਦੇ ਹਿਸਾਬ ਦੇ ਨਾਲ। ਅੱਜ ਤੁਹਾਡੇ ਵਿੱਚੋਂ ਵੀ ਕਈ ਸੋਚਦੇ ਹੋਣਗੇ, ਮੈਂ ਪਰਮੇਸ਼ਵਰ ਦੇ ਕੋਲ ਕਿੱਦਾਂ ਜਾਵਾਂ, ਮੈਂ ਪ੍ਰਭੂ ਯੇਸ਼ੂਆ ਦੇ ਜੋ ਕੋਈ ਫਲ ਨਹੀਂ ਦੇ ਸਕਦਾ ਕਿਉਂਕਿ ਮੈਂ ਪਾਪੀ ਹਾਂ। ਪਰ ਬਾਈਬਲ ਦੇ ਵਿੱਚ 12 ਆਇਤ ਵਿੱਚ ਲਿਖਿਆ, ਪਰ ਉਹਨੇ ਇਹ ਸੁਣ ਕੇ ਕਿਹਾ, ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੈ। ਹਾਲੇਲੂਇਆ। ਪ੍ਰਭੂ ਯੇਸ਼ੂਆ ਕਿਸ ਦੇ ਲਈ ਆਇਆ? ਚੰਗਿਆਂ ਦੇ ਲਈ ਨਹੀਂ, ਸਾਡੇ ਵਰਗੇ ਪਾਪੀਆਂ ਦੇ ਲਈ ਆਇਆ। ਉਹ ਪਾਪ ਨੂੰ ਖਤਮ ਕਰਕੇ ਪ੍ਰਭੂ ਯੇਸ਼ੂਆ ਸਾਨੂੰ ਹਮੇਸ਼ਾ ਦਾ ਜੀਵਨ ਦੇਣਾ ਚਾਹੁੰਦੇ ਹਨ। ਅਗਰ ਤੁਸੀਂ ਆਪਣੇ ਮਨ ਵਿੱਚ ਇਹ ਵਿਚਾਰ ਕਰਦੇ ਹੋ ਜਾਂ ਸੋਚਦੇ ਹੋ ਕਿ ਮੇਰਾ ਪਾਪ, ਮੇਰਾ ਜੀਵਨ ਮੈਨੂੰ ਪਰਮੇਸ਼ਵਰ ਦੇ ਨਜ਼ਦੀਕ ਨਹੀਂ ਲੈ ਕੇ ਜਾ ਸਕਦਾ, ਮੇਰੇ ਭੈਣੋ ਤੇ ਭਰਾਵੋ, ਤੁਹਾਡਾ ਜੀਵਨ ਕਿਸੇ ਵੀ ਲੈਵਲ ਤੱਕ ਪਹੁੰਚ ਗਿਆ ਹੋਵੇ, ਤੁਸੀਂ ਆਪਣੀ ਹੱਦ ਚਾਹੇ ਉਸ ਗਲਤ ਕੰਮਾਂ ਤੋਂ ਉੱਪਰ ਲੈ ਕੇ ਵੀ ਚਲੇ ਗਏ ਹੋਵੋਗੇ, ਪਰ ਪ੍ਰਭੂ ਯੇਸ਼ੂਆ ਅੱਜ ਤੁਹਾਨੂੰ ਫਿਰ ਮੌਕਾ ਦਿੰਦੇ ਹਨ। ਤੁਹਾਡੀ ਹੱਦ ਜਿਹੜੀ ਪਾਪ ਦੀ ਉਹ ਖਤਮ ਹੋ ਚੁੱਕੀ ਹੈ, ਕਿਉਂਕਿ ਪ੍ਰਭੂ ਯੇਸ਼ੂਆ ਨਹੀਂ ਚਾਹੁੰਦੇ ਤੁਸੀਂ ਪਾਪ ਦੇ ਵਿੱਚ ਜੀਵਨ ਬਿਤਾਓ। ਇਸੇ ਲਈ ਪ੍ਰਭੂ ਦਾ ਵਚਨ ਕਹਿੰਦਾ ਹੈ, ਨਵੇਂ ਨਰੋਇਆਂ ਦੇ ਲਈ ਨਹੀਂ, ਪਰ ਮੈਂ ਪਾਪੀਆਂ ਦੇ ਲਈ ਆਇਆ ਹਾਂ, ਮੈਂ ਰੋਗੀਆਂ ਦੇ ਲਈ ਆਇਆ ਹਾਂ। ਅਗਰ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਮੈਂ ਪਾਪ ਵਿੱਚ ਹਾਂ, ਤਾਂ ਅੱਜ ਕਹੋ, ਪ੍ਰਭੂ ਮੈਂ ਤੇਰੇ ਵਚਨ ਨੂੰ ਸੁਣਿਆ ਔਰ ਮੈਂ ਤੇਰੇ ਕੋਲ ਆਉਂਦਾ ਹਾਂ। ਪ੍ਰਭੂ ਯੇਸ਼ੂਆ ਤੂੰ ਮੇਰੇ ਲਈ ਇਸ ਧਰਤੀ ਤੇ ਆਇਆ ਹੈ। ਹਾਲੇਲੂਇਆ, ਹਾਲੇਲੂਇਆ। ਸੋ ਪ੍ਰਭੂ ਯੇਸ਼ੂਆ ਸਾਡੇ ਲਈ ਇਸ ਧਰਤੀ ਦੇ ਉੱਤੇ ਆਏ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮਸੂਲੀਆਂ ਦੇ ਲਈ ਜਾਂ ਪਾਪੀਆਂ ਦੇ ਲਈ ਜਾਂ ਜਿਹੜੇ ਕਹਿ ਲਓ ਕਿ ਨਿਕੰਮਿਆਂ ਦੇ ਲਈ ਜੋ ਸੰਸਾਰ ਦੇ ਹੈ, ਪ੍ਰਭੂ ਯੇਸ਼ੂਆ ਨੇ ਉਹਨਾਂ ਦੇ ਲਈ ਕੀ ਕਿਹਾ? ਮੱਤੀ ਦੀ ਅੰਜੀਲ 21 ਅਧਿਆਇ ਦਾ 31 ਵਚਨ ਜਦੋਂ ਅਸੀਂ ਪੜ੍ਹਦੇ ਹਾਂ, ਪ੍ਰਭੂ ਯੇਸ਼ੂਆ ਨੇ ਆਪਣੇ ਮੂੰਹ ਦੇ ਵਿੱਚੋਂ ਪਾਪੀਆਂ ਦੇ ਲਈ, ਮਸੂਲੀਆਂ ਦੇ ਲਈ, ਜੋ ਪਾਪ ਦੇ ਵਿੱਚ ਹਨ, ਉਹਨਾਂ ਦੇ ਲਈ ਕੀ ਕਿਹਾ? ਸੋ ਉਹਨਾਂ ਦੇ ਵਿੱਚੋਂ ਕਿਹਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ? ਉਹਨਾਂ ਆਖਿਆ ਪਹਿਲੇ ਨੇ। ਸੋ ਯੇਸ਼ੂਆ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ਵਰ ਦੇ ਰਾਜ ਵਿੱਚ ਜਾਂਦੇ ਹਨ। ਹਾਲੇਲੂਇਆ, ਹਾਲੇਲੂਇਆ। ਜੋ ਸੰਸਾਰ ਦੇ ਵੱਲੋਂ ਕਹਿੰਦੇ ਹਨ ਅਸੀਂ ਪਾਪੀ ਹਾਂ, ਜੋ ਸੰਸਾਰ ਦੇ ਵੱਲੋਂ ਠੁਕਰਾਏ ਹੋਏ ਹਨ, ਜੋ ਸੰਸਾਰ ਦੇ ਵੱਲੋਂ ਬਿਲਕੁਲ ਹਾਰ ਗਏ ਹਨ, ਪ੍ਰਭੂ ਯੇਸ਼ੂਆ ਦਾ ਵਚਨ ਕਹਿੰਦਾ ਹੈ ਉਹ ਕਿੱਥੇ ਜਾਣਗੇ? ਉਹ ਸਵਰਗ ਦੇ ਰਾਜ ਵਿੱਚ ਜਾਣਗੇ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਉਹਨਾਂ ਨੂੰ ਲੈ ਕੇ ਜਾਣ ਵਾਲਾ ਪਰਮੇਸ਼ਵਰ ਹੈ, ਪ੍ਰਭੂ ਯੇਸ਼ੂਆ ਹੈ। ਉਹਨਾਂ ਦਾ ਭਰੋਸਾ, ਉਹਨਾਂ ਦਾ ਵਿਸ਼ਵਾਸ ਅਗਰ ਪ੍ਰਭੂ ਯੇਸ਼ੂਆ ਦੇ ਉੱਤੇ ਹੈ ਤਾਂ ਉਹ ਜ਼ਰੂਰ ਖੁਦਾ ਦੇ ਘਰ ਵਿੱਚ ਜਾਣਗੇ, ਖੁਦਾ ਦੇ ਰਾਜ ਵਿੱਚ ਜਾਣਗੇ। ਲੂਕਾ ਦੀ ਅੰਜੀਲ 9 ਅਧਿਆਇ ਦਾ 2 ਵਚਨ ਜਦੋਂ ਅਸੀਂ ਦੇਖਦੇ ਹਾਂ, ਇੱਕ ਜਕਈ ਨਾਮ ਦਾ ਇੱਕ ਪੁਰਖ ਸੀਗਾ। ਤੁਹਾਨੂੰ ਸਾਰਿਆਂ ਨੂੰ ਦੀ ਕਹਾਣੀ ਬਾਰੇ ਪਤਾ ਹੋਏਗਾ ਜੋ ਬਾਈਬਲ ਨੂੰ ਪੜ੍ਹਦੇ ਹਨ। ਇੱਕ ਜਕਈ ਕਰਕੇ ਮਸੂਲੀਆ ਸੀਗਾ, ਔਰ ਕਹਿੰਦੇ ਬਚਨ 'ਚ ਲਿਖਿਆ 9 ਅਧਿਆਇ ਦਾ 2, ਮੈਂ ਤੁਹਾਡੇ ਅੱਗੇ ਪੜ੍ਹਦਾ ਹਾਂ। ਔਰ ਵੇਖੋ, ਇੱਕ ਜਕਈ ਨਾਮ ਦਾ ਇੱਕ ਪੁਰਖ ਸੀ ਜਿਹੜਾ ਮਸੂਲੀਆਂ ਦਾ ਸਰਦਾਰ ਅਤੇ ਧਨਵਾਨ ਸੀ। ਹੁਣ ਆਪਾਂ ਦੇਖਿਆ ਉੱਪਰਲੇ ਵਚਨ ਦੇ ਵਿੱਚ ਕਿ ਮਸੂਲੀਆਂ ਨੂੰ ਪਾਪੀ ਗਿਣਿਆ ਗਿਆ, ਹੈ ਨਾ। ਮਸੂਲੀਆਂ ਨੂੰ ਕੀ ਗਿਣਿਆ ਗਿਆ? ਪਾਪੀ ਗਿਣਿਆ ਗਿਆ। ਤਾਂ ਹੁਣ ਇੱਥੇ ਲਿਖਿਆ ਕਿ ਉਹ ਮਸੂਲੀਆਂ ਦਾ ਸਰਦਾਰ ਸੀ, ਮਤਲਬ ਉਹ ਪਾਪੀਆਂ ਦਾ ਸਰਦਾਰ ਸੀ। ਹਾਲੇਲੂਇਆ। ਔਰ ਪਾਪੀਆਂ ਦਾ ਸਰਦਾਰ ਸੀ ਔਰ ਧਨਵਾਨ ਸੀ। ਇਹ ਜਿਹੜੇ ਇਹ ਮਸੂਲੀਏ ਸੀਗੇ ਉਹ ਸਮਾਜ ਦੇ ਵਿੱਚ ਹਾਰੇ ਹੋਏ ਸੀ। ਅਗਰ ਜਦੋਂ ਅਸੀਂ ਉਹਨਾਂ ਨੂੰ ਧਾਰਮਿਕ ਮਤ ਦੇ ਨਾਲ ਸੋਚਦੇ ਸੀਗੇ, ਧਾਰਮਿਕ ਵਿੱਤੀ ਦੇ ਨਾਲ ਸੋਚਦੇ ਸੀਗੇ, ਤਾਂ ਉਹਨਾਂ ਨੂੰ ਪਾਪ ਦਾ ਦਰਜਾ ਦਿੱਤਾ ਜਾਂਦਾ ਸੀਗਾ। ਹੁਣ ਇਹ ਜਕਈ ਕਰਕੇ ਇੱਕ ਬੰਦਾ ਸੀਗਾ ਜਿਹੜਾ ਕੀ ਸੀਗਾ, ਚਾਹੇ ਉਹ ਧਨਵਾਨ ਸੀ, ਉਹਦੇ ਕੋਲ ਬਹੁਤ ਪੈਸਾ ਸੀ, ਉਹ ਇੱਕ ਸਰਦਾਰ ਵੀ ਸੀਗਾ,
ਉਹਦੇ ਥੱਲੇ ਨੌਕਰ ਵੀ ਸੀ, ਉਹਦੇ ਕੋਲ ਜਾਇਦਾਦ ਵੀ ਸੀਗੀ, ਸਭ ਕੁਝ ਸੀ। ਲੇਕਿਨ ਸਮਾਜ ਉਹਦੇ ਬਾਰੇ ਕੀ ਸੋਚਦਾ ਸੀ ਕਿ ਇਹ ਤੇ ਪਾਪੀਆਂ ਦਾ ਸਰਦਾਰ ਹੈ, ਇਹ ਮਸੂਲੀਆਂ ਦਾ ਸਰਦਾਰ ਹੈ, ਇਹ ਤੇ ਵੱਡੀ ਲੈਣ ਵਾਲਾ ਬੰਦਾ ਹੈ। ਅੱਜ ਚਾਹੇ ਤੁਹਾਡਾ ਨਾਮ ਕਿੰਨਾ ਵੀ ਵੱਡਾ ਹੋਵੇ ਮੇਰੀ ਭੈਣ ਤੇ ਮੇਰੇ ਭਰਾ, ਚਾਹੇ ਤੁਹਾਡੇ ਕੋਲ ਕਿੰਨਾ ਵੀ ਪੈਸਾ ਕਿਉਂ ਨਾ ਹੋਵੇ, ਹਾਲੇਲੂਇਆ, ਉਹ ਤੁਹਾਡੇ ਲਈ ਸੰਸਾਰ ਕੀ ਸੋਚਦਾ ਹੈ, ਸ਼ਾਇਦ ਤੁਹਾਡੇ ਲਈ ਸੰਸਾਰ ਕਿੰਨਾ ਵੀ ਗਲਤ ਕਿਉਂ ਨਾ ਸੋਚਦਾ ਹੋਵੇ, ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜਕਈ ਦੇ ਮਨ ਵਿੱਚ ਇੱਕ ਵਿਸ਼ਵਾਸ ਸੀਗਾ। ਜਕਈ ਨੇ ਪ੍ਰਭੂ ਯੇਸ਼ੂਆ ਨੂੰ ਪਾਉਣ ਦੀ ਆਸ਼ਾ ਰੱਖੀ, ਪ੍ਰਭੂ ਯੇਸ਼ੂਆ ਨੂੰ ਮਿਲਣ ਦੀ ਆਸ਼ਾ ਰੱਖੀ। ਉਹਦੇ ਵਿੱਚ ਉਹਦਾ ਬਹੁਤ ਵੱਡਾ ਯੋਗਦਾਨ ਸੀਗਾ, ਕਿਉਂਕਿ ਉਹ ਚਾਹੁੰਦਾ ਸੀਗਾ ਕਿ ਪ੍ਰਭੂ ਯੇਸ਼ੂਆ ਮੇਰੇ ਘਰ ਵਿੱਚ ਆਵੇ। ਪ੍ਰਭੂ ਯੇਸ਼ੂਆ ਨੂੰ ਉਹ ਦੇਖਣਾ ਚਾਹੁੰਦਾ ਸੀ, ਭਾਲਣਾ ਚਾਹੁੰਦਾ ਸੀ, ਔਰ ਉਹਦੇ ਜੀਵਨ ਬਾਰੇ ਆਪਣੇ ਆਪ ਜਾਣਨਾ ਚਾਹੁੰਦਾ ਸੀ। ਜਿਸ ਤਰ੍ਹਾਂ ਜਕਈ ਨੇ ਚਾਹਿਆ ਕਿ ਮੈਂ ਪ੍ਰਭੂ ਯੇਸ਼ੂਆ ਨੂੰ ਦੇਖਾਂ, ਤਾਂ ਉਸ ਵੇਲੇ ਜਦੋਂ ਅੱਗੇ ਤੁਸੀਂ ਸਟੋਰੀ ਦੇ ਵਿੱਚ ਪੜ੍ਹਦੇ ਹੋ, ਬਾਈਬਲ 'ਚ ਲਿਖਿਆ ਪ੍ਰਭੂ ਯੇਸ਼ੂਆ ਨੇ ਉਹਨੂੰ ਦੇਖਿਆ ਔਰ ਦੇਖ ਕੇ ਕਿਹਾ, ਜਕਈ ਮੈਂ ਤੇਰੇ ਘਰ ਜਾਣਾ ਚਾਹੁੰਦਾ ਹਾਂ। ਹਾਲੇਲੂਇਆ, ਹਾਲੇਲੂਇਆ। ਉਹ ਮਸੂਲੀਆਂ ਦਾ ਸਰਦਾਰ ਹੈ, ਪਾਪੀਆਂ ਦਾ ਸਰਦਾਰ ਹੈ, ਔਰ ਪ੍ਰਭੂ ਯੇਸ਼ੂਆ ਨੂੰ ਪਾਉਣਾ ਚਾਹੁੰਦਾ ਹੈ, ਦੇਖਣਾ ਚਾਹੁੰਦਾ ਹੈ। ਲੇਕਿਨ ਕਿਸ ਨੇ ਦੇਖਿਆ? ਪ੍ਰਭੂ ਯੇਸ਼ੂਆ ਨੇ ਉਹਨੂੰ ਦੇਖਿਆ ਔਰ ਦੇਖ ਕੇ ਕਿਹਾ, ਜਕਈ ਤੂੰ ਮੇਰੇ ਲਈ 2 ਕਦਮ ਆਇਆ ਹੈ, ਮੈਂ ਤੇਰੇ ਘਰ ਵਿੱਚ ਹੀ ਆਵਾਂਗਾ। ਅੱਜ ਅਗਰ ਤੁਹਾਡੇ ਅੰਦਰ ਪ੍ਰਭੂ ਯੇਸ਼ੂਆ ਦੇ ਲਈ ਵਿਸ਼ਵਾਸ ਹੈ, ਪ੍ਰਭੂ ਯੇਸ਼ੂਆ ਦੇ ਲਈ ਤੁਹਾਡੇ ਅੰਦਰ ਪਿਆਰ ਹੈ, ਪ੍ਰਭੂ ਯੇਸ਼ੂਆ ਹੀ ਹੈ ਜੋ ਤੁਹਾਡੇ ਜੀਵਨ ਨੂੰ ਬਦਲ ਸਕਦੇ ਹਨ। ਤੁਹਾਡਾ ਪੈਸਾ ਨਹੀਂ, ਤੁਹਾਡਾ ਰੁਤਬਾ ਨਹੀਂ, ਤੁਹਾਡਾ ਨਾਮ ਤੁਹਾਡੇ ਜੀਵਨ ਨੂੰ ਬਦਲ ਨਹੀਂ ਸਕਦਾ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜੀਵਨ ਦੇ ਵਿੱਚ ਸ਼ਾਂਤੀ ਆਵੇ, ਪ੍ਰਭੂ ਯੇਸ਼ੂਆ ਤੁਹਾਡੇ ਜੀਵਨ ਦੇ ਵਿੱਚ ਆਵੇ, ਤਾਂ ਆਪਣੇ ਵੱਲੋਂ ਉਹਨਾਂ ਨੂੰ ਆਦਰ ਸਨਮਾਨ ਦਿਓ, ਆਪਣੇ ਵੱਲੋਂ ਉਹਨਾਂ ਨੂੰ ਪਿਆਰ ਦਿਓ। ਜਕਈ ਨੂੰ ਦੇਖੋ, ਜਕਈ ਇੱਕ ਪ੍ਰਭੂ ਯੇਸ਼ੂਆ ਨੂੰ ਦੇਖ ਕੇ ਉਹ ਆਪਣੇ ਆਪ ਨੂੰ ਮਤਲਬ ਉਹ ਪ੍ਰਭੂ ਯੇਸ਼ੂਆ ਦੇ ਅਧੀਨ ਕਰਨਾ ਚਾਹੁੰਦਾ ਸੀ। ਉਹਦੇ ਅੰਦਰ ਪਿਆਰ ਸੀ, ਖਿੱਚ ਸੀ, ਉਹ ਭੱਜਾ ਫਿਰਦਾ ਸੀ ਕਿ ਮੈਂ ਪ੍ਰਭੂ ਯੇਸ਼ੂਆ ਨੂੰ ਦੇਖ ਲਵਾਂ। ਔਰ ਦੇਖੋ ਉਸ ਦੇ ਦਿਲ ਨੂੰ ਪ੍ਰਭੂ ਨੇ ਜਾਂਚਿਆ, ਕਿਉਂਕਿ ਸਾਡਾ ਪਰਮੇਸ਼ਵਰ ਦਿਲਾਂ ਨੂੰ ਜਾਂਚਦਾ ਹੈ। ਉਹਦੀ ਇਸ ਖਿੱਚ ਨੂੰ ਪ੍ਰਭੂ ਯੇਸ਼ੂਆ ਨੇ ਦੇਖਿਆ, ਦਿਲ ਨੂੰ ਜਾਂਚਿਆ, ਤਾਂ ਪ੍ਰਭੂ ਯੇਸ਼ੂਆ ਨੇ ਕੀ ਕਿਹਾ? ਮੈਂ ਤੇਰੇ ਘਰ ਆਉਣਾ ਹੈ, ਮੈਂ ਤੇਰੇ ਘਰ ਆਉਣਾ ਹੈ। ਕਿਉਂਕਿ ਜੋ ਪ੍ਰਭੂ ਯੇਸ਼ੂਆ ਨੂੰ ਪਹਿਲ ਦਿੰਦਾ ਹੈ, ਪ੍ਰਭੂ ਯੇਸ਼ੂਆ ਨੂੰ ਪਹਿਲ ਦਿੰਦਾ ਹੈ। ਜੋ ਪ੍ਰਭੂ ਯੇਸ਼ੂਆ ਦਾ ਆਦਰ ਕਰਦਾ ਹੈ, ਪ੍ਰਭੂ ਯੇਸ਼ੂਆ ਵੀ ਉਹਨੂੰ ਆਦਰ ਦਿੰਦਾ ਹੈ। ਹਾਲੇਲੂਇਆ। ਪੜ੍ਹੋ ਤੁਸੀਂ 1 ਸ਼ਮੂਏਲ 2 ਅਧਿਆਇ ਦਾ 30 ਵਚਨ। 1 ਸ਼ਮੂਏਲ 2 ਅਧਿਆਇ ਦਾ 30 ਵਚਨ। ਸੋ ਯਹੋਵਾ ਇਜ਼ਰਾइल ਦੇ ਪਰਮੇਸ਼ਵਰ ਦਾ ਵਾਕ ਹੈ ਕਿ ਮੈਂ ਆਖਿਆ ਤਾਂ ਸਹੀ, ਪਈ ਤੇਰਾ ਟੱਬਰ ਅਤੇ ਤੇਰੇ ਪਿਓ ਦਾ ਟੱਬਰ। ਇੱਕ ਮਿੰਟ ਜੀ, 1 ਸ਼ਮੂਏਲ 2 ਅਧਿਆਇ ਦਾ 30 ਵਚਨ। ਸੋ ਯਹੋਵਾ ਇਜ਼ਰਾइल ਦੇ ਪਰਮੇਸ਼ਵਰ ਦਾ ਵਾਕ ਹੈ ਕਿ ਮੈਂ ਆਖਿਆ ਤਾਂ ਸਹੀ, ਪਈ ਤੇਰਾ ਟੱਬਰ ਅਤੇ ਤੇਰੇ ਪਿਓ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ। ਪਰ ਹੁਣ ਯਹੋਵਾ ਦਾ ਵਾਕ ਹੈ ਕਿ ਇਹ ਮੈਥੋਂ ਦੂਰ ਹੋਵੇ, ਕਿਉਂ ਜੋ ਜਿਹੜੇ ਮੇਰਾ ਆਦਰ ਕਰਦੇ ਹਨ ਮੈਂ ਵੀ ਉਹਨਾਂ ਦਾ ਆਦਰ ਕਰਾਂਗਾ, ਪਰ ਉਹ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁਛ ਸਮਝੇ ਜਾਣਗੇ। ਹਾਲੇਲੂਇਆ, ਹਾਲੇਲੂਇਆ। ਅਗਰ ਤੁਸੀਂ ਚਾਹੁੰਦੇ ਹੋ ਕਿ ਪ੍ਰਭੂ ਯੇਸ਼ੂਆ ਤੁਹਾਡੇ ਘਰ ਵਿੱਚ ਰਹਿਣ, ਪ੍ਰਭੂ ਯੇਸ਼ੂਆ ਤੁਹਾਡੇ ਜੀਵਨ ਵਿੱਚ ਕੰਮ ਕਰਨ, ਤੁਹਾਨੂੰ ਪਹਿਲਾਂ ਕੀ ਕਰਨਾ ਪੈਣਾ ਹੈ? ਉਹਨੂੰ ਆਦਰ ਦੇਣਾ ਪੈਣਾ ਹੈ। ਇਹ ਯਾਦ ਕਰਕੇ ਕਿ ਉਹ ਮੇਰਾ ਰਚਨਾ ਕਰਨ ਵਾਲਾ ਪਰਮੇਸ਼ਵਰ ਹੈ, ਉਹ ਮੇਰਾ ਕ੍ਰੀਏਟਰ ਹੈ, ਉਹਨੇ ਹੀ ਮੈਨੂੰ ਜੀਵਨ ਦਿੱਤਾ ਹੈ, ਉਹਨੇ ਹੀ ਮੈਨੂੰ ਪਰਿਵਾਰ ਦਿੱਤਾ ਹੈ, ਉਹਨੇ ਹੀ ਮੈਨੂੰ ਕੰਮ ਦਿੱਤਾ ਹੈ, ਉਹਨੇ ਹੀ ਮੈਨੂੰ ਸਾਹ ਦਿੱਤੇ ਹਨ। ਹਾਲੇਲੂਇਆ। ਅਗਰ ਤੁਸੀਂ ਉਹਨੂੰ ਆਦਰ ਦਿਓਗੇ, ਬਾਈਬਲ ਦੇ ਵਿੱਚ ਲਿਖਿਆ ਉਹ ਵੀ ਤੁਹਾਨੂੰ ਆਦਰ ਦੇਵੇਗਾ।
ਜੇਕਰ ਤੁਸੀਂ ਉਹਨੂੰ ਤੁੱਛ ਸਮਝੋਗੇ ਤਾਂ ਤੁਸੀਂ ਵੀ ਉਹਦੇ ਲਈ ਕੁਛ ਨਹੀਂ ਹੋ। ਹਾਲੇਲੂਇਆ। ਅਗਰ ਤੁਸੀਂ ਕਹੋਗੇ ਕਿ ਇਹ ਵਚਨ ਕੁਛ ਨਹੀਂ ਹੈ ਮੇਰੇ ਲਈ, ਮੈਂ ਕਾਹਤੋਂ ਮੰਨਾਂ, ਤਾਂ ਤੁਸੀਂ ਕੀ ਸੋਚਦੇ ਹੋ ਪ੍ਰਭੂ ਯੇਸ਼ੂਆ ਕੀ ਕਹਿਣਗੇ, ਤੁਸੀਂ ਕੀ ਹੋ ਉਹਦੇ ਲਈ? ਮਨੁੱਖ ਕੀ ਹੈ ਪਰਮੇਸ਼ਵਰ ਦੇ ਸਾਹਮਣੇ? ਹਾਲੇਲੂਇਆ। ਜੋ ਸਾਰੀ ਸ੍ਰਿਸ਼ਟੀ ਦਾ ਰਚਨਾਕਾਰ ਪਰਮੇਸ਼ਵਰ ਹੈ, ਉਹਦੀ ਬੁੱਧੀ ਨੂੰ, ਉਹਦੀ ਸਮਝ ਨੂੰ, ਉਹਦੇ ਵਿਚਾਰਾਂ ਨੂੰ, ਉਹਦੇ ਕੰਮਾਂ ਨੂੰ ਤੁਸੀਂ ਕਹੋਗੇ ਉਹ ਕੌਣ ਪਰਮੇਸ਼ਵਰ ਹੈ, ਤਾਂ ਤੁਸੀਂ ਸੋਚੋ ਕਿ ਤੁਸੀਂ ਉਹਦੇ ਲਈ ਕੀ ਹੋ। ਅਗਰ ਤੁਸੀਂ ਚਾਹੁੰਦੇ ਹੋ ਕਿ ਉਹ ਰਚਨਾ ਕਰਨ ਵਾਲਾ ਪਰਮੇਸ਼ਵਰ, ਉਹ ਪ੍ਰਭੂ ਯੇਸ਼ੂਆ ਤੁਹਾਡੇ ਜੀਵਨ ਦੇ ਵਿੱਚ ਕੰਮ ਕਰੇ, ਤਾਂ ਤੁਹਾਨੂੰ ਪਹਿਲਾਂ ਉਹਦੇ ਵਚਨਾਂ ਨੂੰ ਆਦਰ ਦੇਣਾ ਪੈਣਾ ਹੈ, ਉਹਦੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਪੈਣਾ ਹੈ, ਉਹਦੇ ਵਚਨਾਂ ਦਾ ਆਦਰ ਕਰਨਾ ਪੈਣਾ ਹੈ, ਮੰਨਣਾ ਪੈਣਾ ਹੈ। ਫਿਰ ਹੀ ਪ੍ਰਭੂ ਯੇਸ਼ੂਆ ਤੁਹਾਡੇ ਘਰ ਰਹਿਣਗੇ, ਫਿਰ ਹੀ ਪ੍ਰਭੂ ਯੇਸ਼ੂਆ ਤੁਹਾਡੇ ਜੀਵਨ ਵਿੱਚ ਕੰਮ ਕਰਨਗੇ। ਹਾਲੇਲੂਇਆ। ਜਕਈ ਨੇ ਪ੍ਰਭੂ ਯੇਸ਼ੂਆ ਨੂੰ ਦੇਖਦੇ ਹੀ, ਦੇਖੋ ਉਹਦਾ ਜੀਵਨ ਪੈਸੇ ਨਾਲ ਤਾਂ ਨਹੀਂ ਬਦਲਿਆ। ਲੋਕੀ ਚਾਹੇ ਉਹਨੂੰ ਕੁਛ ਵੀ ਕਹਿੰਦੇ ਹੁਣ, ਇਹ ਪਾਪੀ ਆ, ਇਹਨੇ ਕੁਛ ਨਹੀਂ ਹੋਣਾ, ਕੀ ਉਹਨੇ ਆਪਣਾ ਜੀਵਨ ਬਦਲ ਲਿਆ? ਲੋਕਾਂ ਦੇ ਤਾਨਿਆਂ ਮੇਣਿਆਂ ਨਾਲ ਜੀਵਨ ਨਹੀਂ ਬਦਲਦਾ ਮੇਰੇ ਭੈਣੋ ਤੇ ਭਰਾਵੋ। ਜਦੋਂ ਪ੍ਰਭੂ ਯੇਸ਼ੂਆ ਦੀ ਮੌਜੂਦਗੀ ਤੁਹਾਡੇ ਘਰ ਵਿੱਚ ਹੁੰਦੀ ਹੈ, ਤੁਹਾਡੇ ਪਰਿਵਾਰ ਵਿੱਚ ਹੁੰਦੀ ਹੈ, ਤਾਂ ਜਕਈ ਵਰਗਾ ਬੰਦਾ ਕੀ ਕਹਿੰਦਾ, ਜੋ ਵੀ ਮੈਂ ਲੋਕਾਂ ਕੋਲੋਂ ਮਾਲ ਖੋਹ ਦੇ ਨਾਲ ਖੋਇਆ ਹੋਇਆ ਹੈ, ਜੋ ਕੁਝ ਵੀ ਮੈਂ ਲੁੱਟਿਆ ਹੈ ਬੇਈਮਾਨੀ ਦੇ ਨਾਲ, ਮੈਂ ਸਭ ਕੁਝ ਵੰਡ ਦਿਆਂਗਾ। ਹਾਲੇਲੂਇਆ। ਖੁੱਲ੍ਹੇਆਮ ਉਸਨੇ ਇਹ ਬਿਆਨ ਦਿੱਤਾ, ਜੋ ਕੁਝ ਮੈਂ ਲੁੱਟਿਆ ਹੈ, ਜੋ ਕੁਝ ਮੈਂ ਲੋਕਾਂ ਦਾ ਖੋਇਆ ਹੈ, ਮੈਂ ਗਰੀਬਾਂ ਦੇ ਵਿੱਚ ਵੰਡ ਦਿਆਂਗਾ। ਇਹ ਤਬਦੀਲੀ ਆਉਂਦੀ ਹੈ ਮੇਰੇ ਭੈਣੋ ਤੇ ਭਰਾਵੋ, ਇਹ ਜੀਵਨ ਬਦਲਦਾ ਹੈ। ਪ੍ਰਭੂ ਯੇਸ਼ੂਆ ਦੇ ਹੋਣ ਦੇ ਨਾਲ ਹੀ ਇਹ ਹੋ ਸਕਦਾ ਹੈ। ਜਦੋਂ ਪ੍ਰਭੂ ਯੇਸ਼ੂਆ ਤੁਹਾਡੇ ਜੀਵਨ ਦੇ ਵਿੱਚ ਹੋਣਗੇ, ਉਹ ਤੁਹਾਡੇ ਜੀਵਨ ਨੂੰ ਬਦਲ ਦੇਣਗੇ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਅਗਰ ਤੁਸੀਂ ਆਪਣੇ ਜੀਵਨ ਤੋਂ ਹਾਰੇ ਹੋਏ ਹੋ, ਆਪਣੀਆਂ ਗੱਲਾਂ ਤੋਂ ਹਾਰੇ ਹੋਏ ਹੋ, ਇਸ ਸੰਸਾਰ ਦੇ ਵੱਲੋਂ ਹਾਰੇ ਹੋਏ ਹੋ, ਅੱਜ ਤੁਹਾਨੂੰ ਮੌਕਾ ਹੈ। ਪ੍ਰਭੂ ਯੇਸ਼ੂਆ ਤੁਹਾਨੂੰ ਵਿਜੇ ਬਣਾ ਦੇਣਗੇ, ਤੁਹਾਨੂੰ ਸਫਲ ਬਣਾ ਦੇਣਗੇ। ਹਾਲੇਲੂਇਆ। ਹੁਣ ਉਹ ਲੋਕ ਜਿਹੜੇ ਆਪਣੇ ਜੀਵਨ ਤੋਂ ਹਾਰੇ ਹੋਏ ਹਨ, ਉਹ ਲੋਕ ਜਿਹੜੇ ਆਪਣੇ ਜੀਵਨ ਤੋਂ ਹਾਰੇ ਹੋਏ ਹਨ, ਜੀਵਨ ਤੋਂ ਹਾਰੇ ਹੋਣ ਦਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਲੋਕਾਂ ਦਾ ਜੀਵਨ ਗਲਤ ਨਿਰਣੇ ਲੈਣ ਦੇ ਨਾਲ, ਗਲਤ ਆਦਤਾਂ ਦੇ ਨਾਲ ਖਤਮ ਹੋ ਚੁੱਕਾ ਹੈ। ਉਦਾਹਰਨ ਦੇ ਤੌਰ ਤੇ ਕਹਿ ਸਕਦੇ ਹੋ ਨਸ਼ਿਆਂ ਵਾਲੇ, ਜਾਂ ਤੁਸੀਂ ਕਹਿ ਸਕਦੇ ਹੋ ਗਲਤ ਸੰਬੰਧਾਂ ਵਾਲੇ, ਜਾਂ ਕਹਿ ਸਕਦੇ ਹੋ ਤੁਸੀਂ ਜੋ ਔਰਤਾਂ ਆਪਣਾ ਜਿਸਮ ਵੇਚਦੀਆਂ ਹਨ, ਜਾਂ ਤੁਸੀਂ ਕਹਿ ਸਕਦੇ ਹੋ ਜਿਨ੍ਹਾਂ ਨੇ ਆਪਣੇ ਕਹਿ ਲਓ ਚੋਰੀ ਜਾਂ ਹੋਰ ਕਿਸੇ ਕੰਮਾਂ ਦੇ ਲਈ, ਜੋ ਵੀ ਤੁਹਾਨੂੰ ਪਤਾ ਹੀ ਹੈ ਕਿ ਗਲਤ ਕੰਮ ਕੀ ਹਨ, ਉਹਨਾਂ ਨੇ ਇੱਕ ਕਦਮ ਚੁੱਕਿਆ, ਗਲਤ ਡਿਸੀਜਨ ਲੈ ਲਏ, ਔਰ ਉਹਨਾਂ ਦਾ ਜੀਵਨ ਪੂਰੀ ਤਰ੍ਹਾਂ ਦੇ ਨਾਲ ਹਾਰ ਗਿਆ ਹੈ, ਖਤਮ ਹੋ ਚੁੱਕਾ ਹੈ। ਹਾਲੇਲੂਇਆ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜੋ ਇਸ ਤਰ੍ਹਾਂ ਦੇ ਹਾਰੇ ਹੋਏ ਹਨ, ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਅਗਰ ਉਹ ਆਪਣਾ ਭਰੋਸਾ ਪ੍ਰਭੂ ਯੇਸ਼ੂਆ ਤੇ ਰੱਖਣ, ਤਾਂ ਉਹਨਾਂ ਦਾ ਜੀਵਨ ਪ੍ਰਭੂ ਯੇਸ਼ੂਆ ਬਦਲ ਦੇਣਗੇ। ਇਸ ਤਰ੍ਹਾਂ ਦੀ ਇੱਕ ਔਰਤ, ਇੱਕ ਭੈਣ ਦੀ ਕਹਾਣੀ ਹੈ, ਲੂਕਾ ਦੀ ਅੰਜੀਲ 7 ਅਧਿਆਏ ਦਾ ਜਦੋਂ 36 ਤੋਂ 38 ਤੱਕ ਆਪਾਂ ਪੜ੍ਹਦੇ ਹਾਂ। ਇੱਕ ਇਸ ਤਰ੍ਹਾਂ ਦੀ ਔਰਤ ਸੀਗੀ ਜਿਸ ਨੇ ਆਪਣਾ ਜੀਵਨ ਕਹਿ ਲਓ ਕਿ ਗਲਤ ਕੰਮ ਦੇ ਵਿੱਚ ਲਗਾਇਆ ਹੋਇਆ ਸੀਗਾ। ਉਸਨੇ ਆਪਣਾ ਕੰਮ ਜਿਹੜਾ ਸੀ ਉਹ ਜਿਸਮ ਵੇਚਣ ਦਾ ਕਰਦੀ ਸੀਗੀ। ਉਹਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਔਰਤ ਜਿਹੜੀ ਸੀਗੀ, 36 ਤੋਂ ਮੈਂ ਪੜ੍ਹਦਾ ਹਾਂ, ਫਿਰ ਫਰੀਸੀਆਂ ਵਿੱਚੋਂ ਇੱਕ ਨੇ ਉਹਦੇ ਅੱਗੇ ਅਰਜ਼ ਕੀਤੀ, ਜੋ ਮੇਰੇ ਨਾਲ ਰੋਟੀ ਖਾ। ਤਾਂ ਉਹ ਫਰੀਸੀ ਦੇ ਘਰ ਜਾ ਕੇ ਖਾਣ ਬੈਠਾ। 37 ਆਇਤ ਵਿੱਚ ਲਿਖਿਆ, ਅਤੇ ਵੇਖੋ ਉਸ ਨਗਰ ਵਿੱਚ ਇੱਕ ਤੀਵੀਂ ਹੈ ਸੀ ਜਿਹੜੀ ਪਾਪਣ ਸੀ, ਅਤੇ ਇਹ ਜਾਣ ਕੇ ਭਈ ਉਹ ਫਰੀਸੀ ਦੇ ਘਰ ਖਾਣ ਬੈਠਾ ਹੈ, ਇੱਕ ਸ਼ੀਸ਼ੀ ਵਿੱਚ ਅਤਰ ਲਿਆਈ, ਔਰ ਪਿਛਲੀ ਵੱਲ ਉਹਦੇ ਚਰਨਾਂ ਦੇ ਕੋਲ ਖਲੋ ਕੇ ਰੋਂਦੀ ਰੋਂਦੀ ਹੰਝੂਆਂ ਨਾਲ ਉਸ ਦੇ ਚਰਨ ਭਿਉਣ ਲੱਗੀ, ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝ ਕੇ ਉਹਦੇ ਚਰਨ ਚੁੰਮੇ ਅਤੇ ਅਤਰ ਮਲਿਆ। ਹਾਲੇਲੂਇਆ। ਇਸ ਭੈਣ ਦਾ ਅਗਰ ਜੀਵਨ ਤੁਸੀਂ ਦੇਖੋ ਤਾਂ ਉਹਨੇ ਆਪਣੇ ਜੀਵਨ ਦੇ ਵਿੱਚ ਇੱਕ ਗਲਤ ਰਾਹ ਚੁਣ ਲਿਆ ਸੀਗਾ। ਉਸ ਗਲਤ ਰਾਹ ਦੇ ਉੱਤੇ ਚੋਣ ਕਰਨ ਦੇ ਨਾਲ ਉਹਨੂੰ ਇੱਕ ਨਾਮ ਮਿਲ ਗਿਆ ਸੀਗਾ, ਪਾਪਣ ਦਾ। ਹਾਲੇਲੂਇਆ। ਹਾਲੇਲੂਇਆ।
ਉਸ ਨੂੰ ਇੱਕ ਨਾਮ ਮਿਲਿਆ ਸੀ ਪਾਪਣਿਆ ਇਹੋ। ਤੁਸੀਂ ਆਹ ਪੜ੍ਹਿਆ ਬਾਈਬਲ ਦੇ ਵਿੱਚ, ਤੁਸੀਂ ਸੁਣਿਆ ਹੋਵੇਗਾ ਕਿ ਇੱਕ ਔਰਤ ਸੀ ਜਿਹਦੀ ਪਾਪਣ ਸੀਗੀ। ਉਸ ਪਾਪਣ ਨੇ ਜਦੋਂ ਜਾਣਿਆ, ਉਹਨੇ ਸੁਣਿਆ ਹੋਵੇਗਾ ਨਾ ਕਿਤੇ ਕਿ ਪ੍ਰਭੂ ਯੀਸ਼ੂ ਜੋ ਸਾਰੇ ਸੰਸਾਰ ਦਾ ਬਣਾਉਣ ਵਾਲਾ ਹੈ, ਜੋ ਸਾਰੀ ਸ੍ਰਿਸ਼ਟੀ ਦਾ ਰਚਨਾ ਕਰਨ ਵਾਲਾ ਹੈ, ਉਹ ਪਰਮੇਸ਼ਵਰ ਹੈ। ਔਰ ਪ੍ਰਭੂ ਯੀਸ਼ੂ ਹੀ ਹੈ ਜੋ ਮੇਰੇ ਪਾਪ ਨੂੰ ਬਦਲ ਕੇ ਮੈਨੂੰ ਇੱਕ ਐਸਾ ਜੀਵਨ ਦੇ ਸਕਦਾ ਹੈ ਜੋ ਸੰਸਾਰ ਤੋਂ ਅਲੱਗ ਹੈ, ਜੋ ਉਹਦੀ ਨਿਗਾਹ ਦੇ ਵਿੱਚ ਚੰਗਾ ਹੈ। ਹਾਲੇਲੂਇਆ। ਅੱਜ ਚਾਹੇ ਤੁਸੀਂ ਨਸ਼ਿਆਂ ਦੇ ਵਿੱਚ ਆਪਣਾ ਜੀਵਨ ਖਰਾਬ ਕਰ ਚੁੱਕੇ ਹੋ, ਚਾਹੇ ਤੁਸੀਂ ਕਿਸੇ ਵੀ ਗਲਤ ਡਿਸੀਜਨ ਦੇ ਵਿੱਚ ਆਪਣਾ ਜੀਵਨ ਲੈ ਚੁੱਕੇ ਹੋ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਪ੍ਰਭੂ ਯੀਸ਼ੂ ਦੀ ਵੱਲ ਮੁੜੋ, ਪ੍ਰਭੂ ਯੀਸ਼ੂ ਦੀ ਵੱਲ ਆਓ। ਅਗਰ ਤੁਸੀਂ ਆਪਣੇ ਜੀਵਨ ਦੇ ਵਿੱਚ ਹਾਰਿਆ ਹੋਇਆ ਆਪਣੇ ਆਪ ਨੂੰ ਸਮਝਦੇ ਹੋ ਤਾਂ ਪ੍ਰਭੂ ਯੀਸ਼ੂ ਦਾ ਵਚਨ ਹੈ ਕਿ ਉਹ ਹਾਰਿਆ ਹੋਇਆਂ ਨੂੰ ਸਫਲ ਬਣਾਉਣ ਦੇ ਲਈ ਆਏ ਹਨ। ਇਸ ਔਰਤ ਨੇ ਕੀ ਕੀਤਾ? ਉਹਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਕਿ ਕਿੰਨੇ ਇੱਥੇ ਧਰਮੀ ਲੋਕ ਹਨ, ਫਰੀਸੀ ਲੋਕ ਹਨ। ਫਰੀਸੀ ਲੋਕ ਜਿਹੜੇ ਉਹ ਧਰਮ ਪੁਸਤਕ ਨੂੰ ਸਿਖਾਉਣ ਵਾਲੇ ਹੁੰਦੇ ਸੀ। ਉਸਨੇ ਇੱਕੋ ਹੀ ਚੀਜ਼ ਨੂੰ ਦੇਖਿਆ ਕਿ ਮੇਰਾ ਜੀਵਨ ਪਾਪ ਦੇ ਵਿੱਚ ਹੈ ਔਰ ਮੇਰੇ ਪਾਪ ਨੂੰ ਮਾਫ ਕਰਨ ਵਾਲਾ ਇਸ ਫਰੀਸੀ ਦੇ ਘਰ ਹੈ, ਜਿਹਦਾ ਨਾਮ ਹੈ ਪ੍ਰਭੂ ਯੀਸ਼ੂ। ਅਗਰ ਸੰਸਾਰ ਤੁਹਾਨੂੰ ਕਹਿੰਦਾ ਹੈ ਇਹ ਪਾਪੀ ਮਨੁੱਖ ਹੈ, ਇਹ ਪਾਪੀ ਹੈ, ਇਹਦੇ ਕੰਮ ਪਾਪ ਦੇ ਹਨ, ਲੋਕਾਂ ਵੱਲ ਨਾ ਦੇਖੋ। ਪਾਪ ਨੂੰ ਖਤਮ ਕਰਨ ਵਾਲਾ ਪ੍ਰਭੂ ਯੀਸ਼ੂ ਤੁਹਾਨੂੰ ਪੁਕਾਰ ਕੇ ਕਹਿੰਦਾ ਹੈ ਕਿ ਅਗਰ ਤੁਸੀਂ ਆਪਣੇ ਜੀਵਨ ਤੋਂ ਹਾਰ ਚੁੱਕੇ ਹੋ, ਅਗਰ ਨਸ਼ਿਆਂ ਦੇ ਵਿੱਚ ਆਪਣਾ ਜੀਵਨ ਬਿਤਾ ਕੇ ਤੁਸੀਂ ਹਾਰ ਚੁੱਕੇ ਹੋ, ਅਗਰ ਐਸੇ ਗਲਤ ਡਿਸੀਜਨ ਲੈ ਕੇ ਤੁਸੀਂ ਆਪਣਾ ਜੀਵਨ ਖਰਾਬ ਕਰ ਚੁੱਕੇ ਹੋ, ਤਾਂ ਅੱਗੇ ਤੁਹਾਡੇ ਲਈ ਇੱਕ ਰਸਤਾ ਹੈ, ਉਹ ਹੈ ਪ੍ਰਭੂ ਯੀਸ਼ੂ। ਜੀਵਨ ਤੋਂ ਹਾਰੇ ਹੋਇਆਂ ਨੂੰ ਪ੍ਰਭੂ ਯੀਸ਼ੂ ਪੁਕਾਰਦੇ ਹਨ, ਆਓ। ਔਰ ਪ੍ਰਭੂ ਯੀਸ਼ੂ ਤੁਹਾਡੇ ਜੀਵਨ ਨੂੰ ਇੱਕ ਨਵਾਂ ਰਾਹ ਦੇਣਗੇ ਔਰ ਉਹ ਜੀਵਨ ਹਮੇਸ਼ਾ ਦਾ ਜੀਵਨ ਹੈ, ਆਸ਼ੀਸ਼ ਦਾ ਜੀਵਨ ਹੈ। ਹਾਲੇਲੂਇਆ। ਤੁਸੀਂ ਅੱਗੇ ਕਹਾਣੀ ਦੇ ਵਿੱਚ ਪੜ੍ਹਿਆ ਹੀ ਹੋਵੇਗਾ ਕਿ ਪ੍ਰਭੂ ਯੀਸ਼ੂ ਨੇ ਉਸ ਭੈਣ ਨੂੰ ਕਿਹਾ, ਜਾ ਤੇਰੇ ਪਾਪ ਮਾਫ ਹੋਏ। ਹਾਲੇਲੂਇਆ। ਜਦੋਂ ਪ੍ਰਭੂ ਯੀਸ਼ੂ ਨੇ ਕਹਿ ਦਿੱਤਾ ਤੇਰੇ ਪਾਪ ਮਾਫ ਹੋਏ, ਤਾਂ ਕੌਣ ਉਹਦੇ ਉੱਤੇ ਦੋਸ਼ ਲਾ ਸਕਦਾ ਹੈ? ਮੇਰੇ ਭੈਣੋ ਤੇ ਭਰਾਵੋ, ਆਪਣੇ ਜੀਵਨ ਤੋਂ ਹਾਰੇ ਹੋ ਤਾਂ ਪ੍ਰਭੂ ਯੀਸ਼ੂ ਦੇ ਕੋਲ ਆ ਜਾਓ। ਪ੍ਰਭੂ ਯੀਸ਼ੂ ਤੁਹਾਡੇ ਜੀਵਨ ਨੂੰ ਬਦਲ ਦੇਣਗੇ। ਹਾਲੇਲੂਇਆ। ਜਦੋਂ ਯਹੋਨਾ ਦੀ ਅੰਜੀਲ 4 ਅਧਿਆਇ ਦਾ 16 ਤੋਂ 18 ਤੱਕ ਜਦੋਂ ਅਸੀਂ ਪੜ੍ਹਦੇ ਹਾਂ, ਇੱਥੇ ਵੀ ਇੱਕ ਭੈਣ ਦਾ ਜ਼ਿਕਰ ਕੀਤਾ ਹੈ। ਇਹਦੇ ਵਿੱਚ ਵੀ ਯਹੋਨਾ ਦੀ ਅੰਜੀਲ 4 ਅਧਿਆਇ ਦਾ 16 ਤੋਂ 18 16 ਆਇਤ ਵਿੱਚ ਲਿਖਿਆ ਹੈ, ਯੀਸ਼ੂ ਨੇ ਉਹਨੂੰ ਆਖਿਆ, ਜਾ ਆਪਣੇ ਪਤੀ ਨੂੰ ਇੱਥੇ ਸੱਦ। ਜਾ ਆਪਣੇ ਪਤੀ ਨੂੰ ਇੱਥੇ ਸੱਦ ਲਿਆ। ਤੀਵੀਂ ਨੇ ਉਸ ਨੂੰ ਉੱਤਰ ਦਿੱਤਾ ਕਿ ਮੇਰਾ ਪਤੀ ਹੈ ਹੀ ਨਹੀਂ। ਯੀਸ਼ੂ ਨੇ ਉਹਨੂੰ ਆਖਿਆ, ਤੈਂ ਠੀਕ ਆਖਿਆ ਜੋ ਮੇਰਾ ਪਤੀ ਹੈ ਹੀ ਨਹੀਂ, ਕਿਉਂਕਿ ਤੂੰ 5 ਪਤੀ ਕਰ ਚੁੱਕੀ ਹੈ ਅਤੇ ਜਿਹੜਾ ਹੁਣ ਤੇਰੇ ਕੋਲ ਹੈ ਸੋ ਤੇਰਾ ਪਤੀ ਨਹੀਂ, ਤੈਂ ਇਹ ਸੱਚ ਆਖਿਆ ਹੈ। ਹਾਲੇਲੂਇਆ। ਪਰਿਵਾਰ ਦੇ ਵੱਲੋਂ ਹਾਰੇ ਹੋਏ ਇਸ ਔਰਤ ਨੂੰ ਦੇਖੋ, ਕਿੰਨੇ ਪਤੀ ਕਰ ਚੁੱਕੀ ਸੀ ਉਹ, ਪਰ ਸਫਲ ਨਹੀਂ ਹੋ ਪਾ ਰਹੀ ਸੀ, ਹਾਰ ਚੁੱਕੀ ਸੀ ਆਪਣੇ ਇਸ ਜੀਵਨ ਤੋਂ। ਹੁਣ ਉਹਨੂੰ ਕੀ ਹੋ ਰਿਹਾ ਸੀਗਾ? ਉਹਨੂੰ ਕੋਈ ਅਪਣਾ ਨਹੀਂ ਰਿਹਾ ਸੀਗਾ। ਹੁਣ ਉਹ ਜਿੱਥੇ ਰਹਿ ਰਹੀ ਸੀਗੀ, ਇੱਕ ਦਾਸੀ ਦੀ ਕਹਿ ਲਓ ਤੁਸੀਂ, ਜਾਂ ਤੁਸੀਂ ਕਹਿ ਸਕਦੇ ਹੋ ਰਖੇਲ ਕਹਿ ਸਕਦੇ ਹੋ, ਜੋ ਵੀ ਪੰਜਾਬੀ ਦੀ ਭਾਸ਼ਾ ਦੇ ਵਿੱਚ ਕੁਝ ਵੀ ਤੁਸੀਂ ਕਹਿ ਸਕਦੇ ਹੋ ਪਈ, ਪਰ ਇੰਨਾ ਕਹਿ ਸਕਦੇ ਹੋ ਕਿ ਉਹਦਾ ਜੀਵਨ ਸਫਲ ਨਹੀਂ ਸੀਗਾ। 5 ਪਤੀ ਕਰਨ ਤੋਂ ਬਾਅਦ ਜਿਸ ਮਨੁੱਖ ਨਾਲ ਰਹਿ ਰਹੀ ਸੀ, ਉਹਦਾ ਪਤੀ ਨਹੀਂ ਸੀਗਾ। ਉਹ ਹਾਰ ਚੁੱਕੀ ਸੀਗੀ ਪੂਰੀ ਤਰ੍ਹਾਂ ਦੇ ਨਾਲ। ਉਹਦਾ ਜੀਵਨ ਜਿਹੜਾ ਉਹ ਨਾਸ਼ ਵੱਲ ਸੀਗਾ। ਹਾਲੇਲੂਇਆ। ਪਰ ਉਹ ਪ੍ਰਭੂ ਯੀਸ਼ੂ ਦੇ ਕੋਲ ਆਈ, ਪ੍ਰਭੂ ਯੀਸ਼ੂ ਦੇ ਨਾਲ ਮੁਲਾਕਾਤ ਉਹਦੀ ਹੋਈ। ਜੀਵਨ ਦੇ ਵਿੱਚ, ਪਰਿਵਾਰ ਦੇ ਵਿੱਚ ਹਾਰਿਆ ਹੋਇਆਂ ਨੂੰ ਮੈਂ ਕਹਿੰਦਾ ਹਾਂ, ਆਪਣੀ ਨਿਰਾਸ਼ਾ ਨੂੰ ਅੱਜ ਸੁੱਟ ਦਿਓ, ਆਪਣੇ ਆਪ ਨੂੰ ਥੋੜਾ ਉੱਚਾ ਖੜਾ ਕਰੋ, ਕਿਉਂਕਿ ਇੱਕ ਹੈ ਜੋ ਤੁਹਾਨੂੰ ਕਹਿੰਦਾ ਹੈ, ਜੀਵਨ ਤੋਂ ਹਾਰੇ ਹੋ ਪ੍ਰਭੂ ਯੀਸ਼ੂ ਦੀ ਵੱਲ ਆ ਜਾਓ। ਪਰਿਵਾਰ ਵੱਲੋਂ ਹਾਰੇ ਹੋ ਪ੍ਰਭੂ ਯੀਸ਼ੂ ਦੀ ਵੱਲ ਆ ਜਾਓ। ਉਹ ਤੁਹਾਨੂੰ
ਪੁਕਾਰਦਾ ਹੈ ਔਰ ਤੁਹਾਨੂੰ ਪੁਕਾਰ ਕੇ ਉਹ ਬਲੈਸ ਕਰਨਾ ਚਾਹੁੰਦਾ ਹੈ। ਹਾਲੇਲੂਇਆ। ਪ੍ਰਭੂ ਯੇਸ਼ੂਆ ਦੇ ਨਜ਼ਦੀਕ ਆਓ। ਜੋ ਵੀ ਤੁਸੀਂ ਕਿਸੇ ਵੀ ਜਗ੍ਹਾ ਤੋਂ ਹਾਰੇ ਹੋਏ ਹੋ, ਪ੍ਰਭੂ ਯੇਸ਼ੂਆ ਦੇ ਅਗਰ ਨਜ਼ਦੀਕ ਆਓਗੇ ਤਾਂ ਪ੍ਰਭੂ ਯੇਸ਼ੂਆ ਤੁਹਾਨੂੰ ਬਲੈਸ ਕਰ ਦੇਣਗੇ। ਹਾਲੇਲੂਇਆ। ਅਗਰ ਜੀਵਨ ਤੋਂ ਹਾਰੇ ਹੋ, ਪਰਿਵਾਰ ਤੋਂ ਹਾਰ ਚੁੱਕੇ ਹੋ ਤਾਂ ਪ੍ਰਭੂ ਯੇਸ਼ੂਆ ਦੇ ਕੋਲ ਆ ਜਾਓ। ਅਗਰ ਆਪਣੀਆਂ ਇੱਛਾਵਾਂ ਤੋਂ, ਆਪਣੇ ਮਨ ਦੀਆਂ ਮਨੋਰਥਾਂ ਨੂੰ ਆਪ ਤੁਸੀਂ ਦੇਖਿਆ ਕਿ ਪੂਰੇ ਨਹੀਂ ਹੁੰਦੇ, ਬਸ ਹੋ ਚੁੱਕੀ ਹੈ, ਹਾਰ ਚੁੱਕੇ ਹਾਂ, ਤਾਂ ਪ੍ਰਭੂ ਦਾ ਵਚਨ ਕਹਿੰਦਾ ਹੈ ਮੇਰੇ ਕੋਲ ਆ ਜਾਓ। ਹਾਲੇਲੂਇਆ। ਮਰਕਸ ਦੀ ਅੰਜੀਲ 10 ਅਧਿਆਇ ਦਾ ਜਦੋਂ 46 ਤੋਂ 52 ਅਸੀਂ ਪੜ੍ਹਦੇ ਹਾਂ, ਤੁਸੀਂ ਇਸ ਕਹਾਣੀ ਨੂੰ ਆਪ ਹੀ ਪੜ੍ਹ ਲਿਓ ਕਿਉਂਕਿ ਸਮਾਂ ਥੋੜਾ ਹੈ। ਉਸ ਵਿੱਚ ਇੱਕ ਤਮਈ ਦਾ ਪੁੱਤਰ ਬਰਤਮਈ ਹੈ। ਬਰਤਮਈ ਦਾ ਮਤਲਬ ਹੈ ਅਮੀਰ ਦਾ ਪੁੱਤਰ। ਬਰਤਮਈ ਅਮੀਰ ਦਾ ਪੁੱਤਰ। ਔਰ ਬਾਈਬਲ 'ਚ ਲਿਖਿਆ ਉਹ ਇੱਕ ਅੰਨਾ ਮੰਗਤਾ ਸੀਗਾ ਜਿਹੜਾ ਸੜਕ ਦੇ ਕੰਢੇ ਤੇ ਬੈਠਾ ਹੋਇਆ ਭੀਖ ਮੰਗਦਾ ਹੁੰਦਾ ਸੀ, ਕਿਉਂਕਿ ਇਜ਼ਰਾਈਲ ਦੇ ਕਸਟਮ ਨੇ, ਇਜ਼ਰਾਈਲ ਦੀ ਗਵਰਨਮੈਂਟ ਨੇ, ਇਜ਼ਰਾਈਲ ਦੇ ਰੂਲਸ ਦੇ ਹਿਸਾਬ ਦੇ ਨਾਲ ਉਹਨੂੰ ਇੱਕ ਲਾਇਸੈਂਸ ਮਿਲਿਆ ਹੋਇਆ ਸੀ। ਉਹ ਸੀਗਾ ਕੱਪੜਾ, ਕੰਬਲ ਕਹਿ ਸਕਦੇ ਹੋ ਤੁਸੀਂ, ਉਹਨੂੰ ਕੰਬਲ ਮਿਲਿਆ ਹੋਇਆ ਸੀਗਾ ਕਿ ਭਈ ਤੂੰ ਭੀਖ ਮੰਗ ਸਕਦਾ ਹੈ। ਹੁਣ ਦੇਖੋ, ਇਹ ਬਰਤਮਈ ਇੱਕ ਅਮੀਰ ਦਾ ਪੁੱਤਰ ਹੈ ਔਰ ਉਹਦੇ ਕੋਲ ਕੰਮ ਵੀ ਹੈ ਕਿ ਉਹ ਭੀਖ ਮੰਗ ਸਕਦਾ ਹੈ, ਉਹ ਭੁੱਖ ਦੇ ਨਾਲ ਮਰਿਆ ਹੋਇਆ ਨਹੀਂ ਹੈ, ਪਰ ਬਿਮਾਰੀ ਦੇ ਨਾਲ, ਅੱਖਾਂ ਦੇ ਅੰਨੇਪਨ ਦੇ ਨਾਲ ਉਹ ਹਾਰਿਆ ਹੋਇਆ ਹੈ। ਪੈਸਾ ਉਹਨੂੰ ਅੱਖਾਂ ਦੀ ਰੋਸ਼ਨੀ ਨਹੀਂ ਦੇ ਸਕਦਾ। ਉਹਦਾ ਕੰਮ, ਉਹਦੀ ਸਪੋਰਟ ਜੋ ਦੇ ਨਾਲ ਹਨ, ਸਪੋਰਟਰ ਹਨ, ਜਾਂ ਲੋਕਾਂ ਦਾ ਤਰਸ, ਲੋਕਾਂ ਦੀ ਜੋ ਕਹਿ ਲਓ ਕਿ ਤੁਸੀਂ ਕਿ ਦਿਆਲਤਾ, ਲੋਕਾਂ ਦੀ ਦਇਆ, ਉਹ ਉਸ ਨੂੰ ਰੋਸ਼ਨੀ ਨਹੀਂ ਦੇ ਸਕੀ। ਲੇਕਿਨ ਇੱਕ ਦਿਨ ਉਹਨੂੰ ਪ੍ਰਭੂ ਯੇਸ਼ੂਆ ਦੇ ਬਾਰੇ ਪਤਾ ਚੱਲਿਆ। ਪੁਕਾਰ ਕੇ ਕਹਿਣ ਲੱਗਾ, हे ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ। ਔਰ ਪ੍ਰਭੂ ਯੇਸ਼ੂਆ ਨੂੰ ਪੁਕਾਰਨ ਵਾਲੇ ਵਚਨ 'ਚ ਲਿਖਿਆ, ਤੂੰ ਮੈਨੂੰ ਪੁਕਾਰੇਗਾ ਮੈਂ ਤੈਨੂੰ ਆਨਸਰ ਦੇਵਾਂਗਾ। ਔਰ ਉਸਨੇ ਪੁਕਾਰ ਕੇ ਆਖਿਆ, ਪ੍ਰਭੂ ਯੇਸ਼ੂਆ ਮੇਰੇ ਉੱਤੇ ਦਇਆ ਕਰ। ਔਰ ਪ੍ਰਭੂ ਨੇ ਉਹਨੂੰ ਜਵਾਬ ਦਿੱਤਾ, ਮੈਂ ਤੇਰੇ ਲਈ ਕੀ ਕਰ ਸਕਦਾ ਹਾਂ। ਉਸਨੇ ਬਾਈਬਲ 'ਚ ਲਿਖਿਆ, ਉਸਨੇ ਕਿਹਾ ਮੈਂ ਸਜਾਖਾ ਹੋਣਾ ਚਾਹੁੰਦਾ ਹਾਂ। ਔਰ ਬਾਈਬਲ 'ਚ ਲਿਖਿਆ ਉਸੇ ਘੜੀ ਉਸ ਦੀ ਰੋਸ਼ਨੀ ਵਾਪਸ ਆ ਗਈ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਬਿਮਾਰੀ ਦੀ ਵਜ੍ਹਾ ਦੇ ਨਾਲ ਹਾਰੇ ਹੋਏ ਹਨ। ਉਹਨਾਂ ਨੂੰ ਲੱਗਦਾ ਹੈ ਕਿ ਡਾਕਟਰ ਮੇਰਾ ਇਲਾਜ ਨਹੀਂ ਕਰ ਸਕਦੇ, ਸੰਸਾਰ ਦੇ ਲੋਕ ਮੈਨੂੰ ਕੋਈ ਦਿਆਲਤਾ ਹੋਣ ਦੇ ਬਾਵਜੂਦ ਵੀ ਮੈਨੂੰ ਠੀਕ ਨਹੀਂ ਕਰ ਸਕਦੇ। ਹੁੰਦਾ ਹੈ ਨਾ ਕਿ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਆਣ ਕੇ ਤਸੱਲੀ ਦਿੰਦੇ ਆ, ਆਪਣੀ ਦਇਆ ਦਿਖਾਉਂਦੇ ਆ, ਬਹੁਤ ਮਦਦ ਵੀ ਕਰਦੇ ਆ, ਪਰ ਉਹਨਾਂ ਦੀ ਮਦਦ ਤੁਹਾਨੂੰ ਪੂਰਨ ਤੌਰ ਤੇ ਚੰਗਿਆਈ ਨਹੀਂ ਦਿੰਦੀ। ਲੇਕਿਨ ਪ੍ਰਭੂ ਯੇਸ਼ੂਆ, ਜਦੋਂ ਉਸ ਨੂੰ ਤੁਸੀਂ ਪੁਕਾਰਦੇ ਹੋ, ਉਹ ਤੁਹਾਨੂੰ ਬਿਮਾਰੀ ਤੋਂ ਚੰਗਾ ਕਰ ਸਕਦਾ ਹੈ। ਹਾਲੇਲੂਇਆ। ਜੋ ਆਪਣੀ ਬਿਮਾਰੀ ਤੋਂ ਹਾਰੇ ਹੋਏ ਹਨ, ਅੱਜ ਪ੍ਰਭੂ ਯੇਸ਼ੂਆ ਦੇ ਕੋਲ ਆਪਣੀ ਬਿਮਾਰੀ ਨੂੰ ਲੈ ਕੇ ਆਓ। ਪੁਕਾਰ ਕੇ ਕਹੋ, ਪ੍ਰਭੂ ਯੇਸ਼ੂਆ, ਮੈਂ ਇਸ ਬਿਮਾਰੀ ਤੋਂ ਆਜ਼ਾਦ ਹੋਣਾ ਚਾਹੁੰਦਾ ਹਾਂ। ਔਰ ਤੁਸੀਂ ਕਰ ਸਕਦੇ ਹੋ। ਹਾਲੇਲੂਇਆ। ਮੈਂ ਤੁਹਾਨੂੰ 3 ਗੱਲਾਂ ਦਸੀਆਂ ਜੋ ਸੰਸਾਰ ਦੇ ਜੀਵਨ ਤੋਂ ਹਾਰੇ ਹੋਏ ਹਨ, ਜੋ ਆਪਣੇ ਜੀਵਨ ਤੋਂ ਹਾਰੇ ਹੋਏ ਹਨ, ਜੋ ਆਪਣੇ ਪਰਿਵਾਰ ਵੱਲੋਂ ਹਾਰੇ ਹੋਏ ਹਨ, ਜੋ ਬਿਮਾਰੀ ਵੱਲੋਂ ਹਾਰੇ ਹੋਏ ਹਨ। ਪ੍ਰਭੂ ਯੇਸ਼ੂਆ ਤੁਹਾਨੂੰ ਸਫਲ ਕਰਨ ਦੇ ਲਈ ਆਏ ਹਨ, ਤੁਹਾਨੂੰ ਪੁਕਾਰਦੇ ਹਨ। ਆਪਣੇ ਆਪ ਨੂੰ ਪ੍ਰਭੂ ਯੇਸ਼ੂਆ ਦੇ ਸਮਰਪਣ ਕरें। ਜਿਸ ਜਗ੍ਹਾ ਤੋਂ ਵੀ ਤੁਸੀਂ ਹਾਰੇ ਹੋਏ ਹੋ, ਚਾਹੇ ਤੁਹਾਨੂੰ ਕਿਹਾ ਗਿਆ ਹੈ ਕਿ ਇਸ ਤੋਂ ਅੱਗੇ ਤੁਹਾਨੂੰ ਰਸਤਾ ਨਹੀਂ ਹੈ, ਵਿਸ਼ਵਾਸ ਕਰੋ, ਪ੍ਰਭੂ ਯੇਸ਼ੂਆ ਹਾਰਿਆਂ ਹੋਇਆਂ ਨੂੰ ਸਫਲ ਕਰਨ ਦੇ ਲਈ ਆਏ ਹਨ। ਪ੍ਰਭੂ ਯੇਸ਼ੂਆ ਹਾਰਿਆਂ ਹੋਇਆਂ ਨੂੰ ਸਫਲ ਕਰਨ ਦੇ ਲਈ ਆਏ ਹਨ। ਜਿੱਥੇ ਸੰਸਾਰ ਦਾ ਮਨ, ਤੁਹਾਡਾ ਮਨ ਕਹਿੰਦਾ ਹੈ ਕਿ ਇਸ ਤੋਂ ਅੱਗੇ ਮੇਰੀ ਬਸ ਹੈ, ਉੱਥੇ ਪ੍ਰਭੂ ਯੇਸ਼ੂਆ ਕਹਿੰਦਾ ਹੈ ਕਿ ਮੇਰੀ ਸ਼ੁਰੂਆਤ ਇੱਥੋਂ ਹੁੰਦੀ ਹੈ। ਜਦੋਂ ਤੁਹਾਡੀ ਸੋਚ ਕੰਮ ਕਰਨਾ ਬੰਦ ਕਰ ਦਿੰਦੀ ਹੈ, ਪ੍ਰਭੂ ਯੇਸ਼ੂਆ ਤੁਹਾਡੇ ਲਈ ਸੋਚਦੇ ਹਨ, ਉਹ ਕਰ ਸਕਦੇ ਹਨ। ਅੱਜ ਤੁਹਾਡੇ ਕੋਲ ਮੌਕਾ ਹੈ, ਜਿੱਥੋਂ ਤੁਸੀਂ ਵੀ, ਜੋ ਵੀ ਤੁਹਾਡਾ ਏਰੀਆ ਹੈ, ਜੋ ਵੀ ਤੁਹਾਡਾ ਏਰੀਆ ਹੈ, ਤੁਹਾਨੂੰ ਲੱਗਦਾ ਹੈ ਕਿ ਇੱਥੋਂ ਹਾਰ ਚੁੱਕੇ ਹਾਂ, ਅਸੀਂ ਹਾਰ ਚੁੱਕੇ ਹਾਂ। ਅਗਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਹਾਰ ਚੁੱਕੇ ਹਾਂ, ਤਾਂ ਪ੍ਰਭੂ ਦਾ ਵਚਨ ਕਹਿੰਦਾ ਹੈ ਉਹ ਹਾਰਿਆਂ ਹੋਇਆਂ ਨੂੰ ਸਫਲ ਕਰਨ ਦੇ ਲਈ ਆਇਆ ਹੈ। ਉਹ ਹਾਰਿਆਂ ਹੋਇਆਂ ਨੂੰ ਸਫਲ ਕਰਨ ਦੇ ਲਈ ਆਇਆ ਹੈ। ਉਹ ਹਾਰਿਆਂ ਹੋਇਆਂ ਨੂੰ ਅੱਜ ਖੁਸ਼ੀ ਦੀ ਖਬਰ ਦੇਣ ਵਾਲੇ ਦੇ ਲਈ ਆਇਆ ਹੋਇਆ ਹੈ। ਜਿਸ ਵੀ ਜਗ੍ਹਾ ਤੋਂ ਤੁਸੀਂ ਹਾਰੇ ਹੋਏ ਲੱਗਦੇ ਹੋ,
कहता है ਆਪਣੇ ਆਪ ਨੂੰ ਪ੍ਰਾਰਥਨਾ ਦੇ ਵਿੱਚ ਲੈ ਕੇ ਜਾਓ, ਭਰੋਸਾ ਰੱਖੋ। ਉਹ ਤੁਹਾਨੂੰ ਬੇਇੱਜ਼ਤ ਨਹੀਂ ਹੋਣ ਦੇਗਾ, ਉਹ ਤੁਹਾਨੂੰ ਲੱਜਿਆਵਾਨ ਨਹੀਂ ਹੋਣ ਦੇਗਾ। ਅਗਰ ਤੁਹਾਡਾ ਭਰੋਸਾ ਉਹਦੇ ਉੱਤੇ ਹੈ, ਉਹ ਤੁਹਾਨੂੰ ਸ਼ਰਮਿੰਦਾ ਨਹੀਂ ਹੋਣ ਦੇਵੇਗਾ। ਜਿਸ ਜਗ੍ਹਾ ਤੋਂ ਤੁਹਾਨੂੰ ਲੱਗਦਾ ਸੀ ਹਾਰ ਚੁੱਕੇ ਹਾਂ, ਪ੍ਰਭੂ ਯੀਸ਼ੂ ਨੂੰ ਉਹ ਜਗ੍ਹਾ ਦੇ ਦਿਓ, ਉਹ ਹਾਲਾਤ ਪ੍ਰਭੂ ਯੀਸ਼ੂ ਦੇ ਅੱਗੇ ਰੱਖ ਦਿਓ। आने वाले कल में भी होगा उठते हुए तूफानों में तू ही मेरी चट्टान उठती हुई लहरों पे तेरे कदमों ने निशान। ਸੱਚਮੁੱਚ ਜੋ ਪਹਾੜ, ਜੋ ਲਹਿਰਾਂ, ਜੋ ਤੂਫਾਨ ਤੁਹਾਡੇ ਖਿਲਾਫ ਖੜੇ ਹੁੰਦੇ ਹਨ, ਉਹ ਤੁਹਾਨੂੰ ਦੇਖਣ ਨੂੰ ਬਹੁਤ ਵੱਡੇ ਲੱਗਦੇ ਹਨ। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਇਹੋ ਜਿਹੇ ਤੂਫਾਨਾਂ ਦੇ ਵਿੱਚ ਇੱਕ ਸਾਡੀ ਚਟਾਨ ਹੈ ਜਿਹਦਾ ਨਾਮ ਹੈ ਪ੍ਰਭੂ ਯੀਸ਼ੂ। ਇੱਕ ਸਾਡਾ ਬਲ ਹੈ, ਸਾਡੇ ਛਿਪਣੇ ਦੀ ਜਗ੍ਹਾ ਹੈ, ਸਾਡਾ ਉੱਚਾ ਗੜ ਹੈ, ਉਹਦਾ ਨਾਮ ਹੈ ਪ੍ਰਭੂ ਯੀਸ਼ੂ। ਯੈਸ ਲਾਰਡ, Oh yeah ਯੀਸ਼ੂ ਦੇ ਨਾਮ ਦੇ ਵਿੱਚ, ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ, ਜਿਸ ਜਗ੍ਹਾ ਤੋਂ ਵੀ ਤੁਸੀਂ ਹਾਰੇ ਹੋਏ ਹੋ, ਜਿਸ ਜਗ੍ਹਾ ਤੋਂ ਵੀ ਤੁਹਾਨੂੰ ਅਸਫਲਤਾ ਦਿਖ ਰਹੀ ਹੈ, ਯੀਸ਼ੂ ਮਸੀਹਾ ਦੇ ਪਵਿੱਤਰ ਨਾਮ ਦੇ ਵਿੱਚ ਉਹ ਹਾਲਾਤ ਬਦਲ ਗਏ ਹਨ। ਵਿਸ਼ਵਾਸ ਕਰੋ, ਪ੍ਰਭੂ ਯੀਸ਼ੂ ਨੇ ਤੁਹਾਨੂੰ ਹਾਰਿਆ ਹੋਇਆ ਨਹੀਂ, ਬਲਕਿ ਉਹਨੇ ਤੁਹਾਨੂੰ ਵਿਜੇਤਾ ਬਣਾਇਆ ਹੈ, ਤੁਹਾਨੂੰ ਫਤਿਹ ਕੀਤਾ ਹੋਇਆ ਹੈ। ਉਹ ਤੁਹਾਨੂੰ ਫਤਿਹ ਕਰਕੇ ਲਈ ਫਿਰਦਾ ਹੈ। ਤੁਹਾਡੀ ਫਤਿਹ ਪ੍ਰਭੂ ਯੀਸ਼ੂ ਦੇ ਵਿੱਚ ਹੈ। ਆਪਣੇ ਆਪ ਨੂੰ ਪ੍ਰਭੂ ਯੀਸ਼ੂ ਦੇ ਵਿੱਚ ਲੈ ਕੇ ਆਓ, ਆਪਣੇ ਪਰਿਵਾਰ ਨੂੰ, ਆਪਣੇ ਸੰਸਾਰ ਨੂੰ, ਆਪਣੇ ਜੀਵਨ ਨੂੰ, ਆਪਣੀਆਂ ਗੱਲਾਂ ਨੂੰ, ਆਪਣੇ ਕੰਮ ਨੂੰ, ਆਪਣੀਆਂ ਸਾਰੀਆਂ ਗੱਲਾਂ ਜੋ ਜਿਸ ਤੋਂ ਤੁਸੀਂ ਹਾਰੇ ਹੋਏ ਲੱਗਦੇ ਹੋ, ਪ੍ਰਭੂ ਯੀਸ਼ੂ 'ਚ ਸਫਲ ਹੋ ਜਾਓ। नाम रहे ऊंचा। ਤੁਸੀਂ ਫਤਿਹ ਪਾ ਚੁੱਕੇ ਹੋ, ਤੁਸੀਂ ਫਤਿਹ ਪਾ ਚੁੱਕੇ ਹੋ, ਕਿਉਂਕਿ ਤੁਸੀਂ ਫਤਿਹਮੰਦ ਪਰਮੇਸ਼ਵਰ ਦੇ ਚੇਲੇ ਹੋ, ਤੁਸੀਂ ਉਹਦੇ ਧੀਆਂ ਪੁੱਤਰ ਹੋ। यीशु तेरा नाम रहे ऊंचा। यीशु मसीह भरोसा मेरा, ਤੁਹਾਡਾ ਭਰੋਸਾ ਸਿਰਫ ਯੀਸ਼ੂ तू ਹੈ। ही सहारा ਤੁਹਾਡਾ ਸਹਾਰਾ है ਇੱਕੋ मेरा। ਪ੍ਰਭੂ ਯੀਸ਼ੂ ਹੈ। ਇਹ ਮੌਕਾ ਹੈ ਤੁਹਾਨੂੰ ਪ੍ਰਭੂ ਯੀਸ਼ੂ ਨੇ ਦਿੱਤਾ, ਉਸ ਦੇ ਸਮੇਂ ਦੇ ਵਿੱਚ ਤੁਸੀਂ ਖੜੇ ਹੋ ਜਾਓ, ਸਟੈਂਡ ਲਓ। ਪ੍ਰਭੂ ਯੀਸ਼ੂ, ਮੈਂ ਆਪਣੀ ਹਾਰ ਦੇ ਉੱਤੇ ਤੁਹਾਡੇ ਵੱਲੋਂ ਮੋਹਰ ਲਗਾਉਂਦਾ ਹਾਂ, ਉਹ ਹਾਰ ਦੇ ਸਕਲ ਤੋੜ ਕੇ ਮੈਂ ਸਫਲ ਹੋ ਜਾਂਦਾ ਹਾਂ, ਮੈਂ ਫਤਿਹ ਪਾਉਂਦਾ ਹਾਂ, ਮੈਂ ਫਤਿਹ ਪਾਉਂਦਾ ਹਾਂ, ਹਰ ਜਗ੍ਹਾ ਤੋਂ ਫਤਿਹ ਪਾਉਂਦਾ ਹਾਂ, ਹਰ ਜਗ੍ਹਾ ਤੋਂ ਫਤਿਹ ਪਾਉਂਦਾ ਹਾਂ। ਤੁਸੀਂ ਜਾਣਦੇ ਹੋ ਤੁਹਾਡੀ ਹਾਰ ਕਿੱਥੇ ਹੋਈ ਹੈ, ਤੁਸੀਂ ਜਾਣਦੇ ਹੋ, ਤੁਸੀਂ ਕਿੱਥੋਂ ਸੋਚਦੇ ਹੋ ਕਿ ਅਸੀਂ ਹਾਰੇ ਹੋਏ ਹਾਂ, ਅਸੀਂ ਅਸਫਲ ਹਾਂ। ਉਸ ਜਗ੍ਹਾ ਨੂੰ, ਉਸ ਕੰਮ ਨੂੰ ਪ੍ਰਭੂ ਯੀਸ਼ੂ ਦੇ ਸਾਹਮਣੇ ਰੱਖੋ। यीशु तेरा नाम रहे ऊंचा। ਜਿਸ ਇੱਕ ਔਰਤ ਨੇ ਆਪਣੇ ਜੀਵਨ ਨੂੰ ਪ੍ਰਭੂ ਯੀਸ਼ੂ ਦੇ ਸਮਰਪਣ ਕੀਤਾ, ਵਚਨ 'ਚ ਲਿਖਿਆ ਪ੍ਰਭੂ ਯੀਸ਼ੂ ਨੇ ਉਹਨੂੰ ਚੰਗਾ ਜੀਵਨ ਦਿੱਤਾ, ਫਤਿਹ ਦਾ ਜੀਵਨ ਦਿੱਤਾ। ਜੇ ਕਈ ਨੇ ਆਪਣਾ ਜੀਵਨ ਪ੍ਰਭੂ ਯੀਸ਼ੂ ਨੂੰ ਪੁਕਾਰ ਕੇ ਉਸ ਨੂੰ ਆਪਣਾ ਜੀਵਨ ਸੌਂਪਿਆ, ਬਾਈਬਲ 'ਚ ਲਿਖਿਆ ਉਹ ਧਰਮੀ ਮਨੁੱਖ ਗਿਣਿਆ ਗਿਆ। ਬਰਤਮਈ ਨੇ ਪ੍ਰਭੂ ਯੀਸ਼ੂ ਨੂੰ ਪੁਕਾਰਿਆ, ਉਹ ਸੁਜਾਖਾ ਹੋ ਕੇ ਗਿਆ। ਵਿਸ਼ਾਖਾਰਿਆ ਬਾਂਦੋਰੋ ਬਸੀ ਵਰਤੁਰ ਸ਼ਿਖਰਿਆ ਬਾਂਦੋਰੋ ਬਸਾ ਬਾਂਦੋਰੋ ਬਸੀ। ਤੁਹਾਡੇ ਸਾਹਮਣੇ ਕੋਈ ਵੀ ਅਸਫਲਤਾ ਦਾ ਅਗਰ ਨਿਸ਼ਾਨ ਅੱਜ ਤੱਕ ਤੁਸੀਂ ਦੇਖਿਆ ਹੈ, ਉਸ ਨੂੰ ਪ੍ਰਭੂ ਯੀਸ਼ੂ ਦੇ ਸਾਹਮਣੇ ਲੈ ਕੇ ਆਓ। ਵਚਨ 'ਚ ਲਿਖਿਆ ਅਗਰ ਤੁਸੀਂ ਉਹਦਾ ਆਦਰ ਕਰੋਗੇ ਤਾਂ ਤੁਹਾਨੂੰ ਆਦਰ ਦੇਗਾ, ਅਗਰ ਤੁਸੀਂ ਉਹਨੂੰ ਉੱਚਾ ਕਰੋਗੇ ਉਹ ਤੁਹਾਨੂੰ ਉੱਚਾ ਕਰੇਗਾ, ਅਗਰ ਤੁਸੀਂ ਉਹਨੂੰ ਮਹਿਮਾ ਦੋਗੇ ਉਹ ਤੁਹਾਨੂੰ ਸ਼ਰਮਿੰਦਾ ਨਹੀਂ ਹੋਣ ਦੇਗਾ।
अगर अज तुसी अपने सिर नूं, अपने घुटनियां नूं प्रभु यीशु दे अगे झुका दोगे ते कल उस संसार दे सामने अपना सिर ऊंचा करके खड़े होवोगे। हुण समय है अपने आप नूं झुकाउण दा, और कल दा समा है तुहानूं ਉੱਚਿਆਂ होण दा। प्रभु यीशु हा मसीहा दे पवित्र नाम दे विच ब्लेस हो जाओ, आशीष पाओ, और सारियां रुकावटां, सारे बैरियर, सारे तूफान थम जाण प्रभु यीशु दे नाम च। हर एक दुष्ट आत्मा दा अटैक, ओदी चाल प्रभु यीशु दे नाम च असीं कैंसल करदे हां। प्रभु अपना अनुग्रह, अपनी कृपा अपने बच्चों के उत्ते करो प्रभु जी, और सारे फतेह पा लैण प्रभु यीशु, सफल हो जाण प्रभु यीशु। तुहाडा अनुग्रह, तुहाडी कृपा प्रभु यीशु सब दे उत्ते बनी रहे प्रभु जी। प्रभु जी सानू विश्वास है कि जो भी तुहाडे अगे सिर झुका के प्रार्थना कर रहे हैं प्रभु यीशु, तुसी अपने अनुग्रह दे नाल उन्हां दियां प्रार्थना दा जवाब हाँ ते आमीन दे विच दे दिता है। जो बीमार हैं वो चंगे हो चुके हैं, जो अपने आप को हारे हुए समझते हैं वो सफल हो चुके हैं, जिन्हां दे काम रुके हुए हैं वो चल पे हैं, और निराशा आशा दे विच बदल गई है, दुख खुशी दे विच बदल गए हैं। जो अज हंझुआं नाल बीज रहे हैं वो खुशी दे नाल वटदे हुए प्रभु यीशु तेरे घर दी महिमा करते हैं। प्रभु जी असीं धन्नवाद करते हैं, तुहाडा शुक्र करते हैं जो तुसीं ये समा दिता। अज दे वचन नूं प्रभु यीशु असीं ग्रहण करते हैं और असीं सफल हाँ, क्योंकि साडा परमेश्वर सफल है। असीं जिउंदे हाँ क्योंकि साडा परमेश्वर जिउंदा है। धन्नवाद करते प्रभु जी, सारा आदर महिमा असीं तुहानूं ही दिंदे हां। प्रभु यीशु हा मसीहा जी दे पवित्र नाम च मंगदे हां, आमीन आमीन हालेलुया। आओ प्रभु तो आशीष पाइए। हुण प्रभु पिता दा प्यार, प्रभु यीशु दी संगत और पवित्र आत्मा दा मेल मिलाप हुण तो लैके दोबारा आउण तक साडे नाल रहे। सब मिलकर कहें आमीन आमीन हालेलुया। प्रभु आप सबनों बहुत सारी आशीष और बरकत देवे। जय मसीह दी। गॉड ब्लेस यू।